ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਣ ਗਾਵੋ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੇ। ਮਹਾ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਧਾਰੇ। ਗੁਣ ਗਾਵੋ ਪੂਰਨ ਅਬਿਨਾਸੀ, ਕਾਮ ਕ੍ਰੋਧ ਬਿਖ ਜਾਰੇ। ਮਹਾ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਧਾਰੇ। ਪੂਰੈ ਗੁਰ ਮੇਟਿਓ ਭਰਮ ਅੰਧੇਰਾ, ਭਜ ਪ੍ਰੇਮ ਭਗਤ ਪ੍ਰਭ ਨੇਰਾ। ਰਹਾਓ ਹਰ ਹਰ ਨਾਮ ਨਿਦਾਨ ਰਸ ਪੀਆ, ਮਨ ਤਨ ਰਹੇ ਅਗਾਈ। ਜਾਤ ਕਤ ਪੂਰ ਰਹਿਓ ਪਰਮੇਸ਼ਰ, ਕਤ ਆਵੈ ਕਤ ਜਾਈ। ਜਾਪ ਤਪ ਸੰਜਮ ਗਿਆਨ ਤਤ ਬੇਤਾ, ਜਿਸ ਮਨ ਵਸੈ ਗੋਪਾਲਾ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਾਕੀ ਪੂਰਨ ਕਾਲਾ। ਕਾਲ ਕਲੇਸ਼ ਮਿਟੇ ਦੁਖ ਸਗਲੇ, ਕਾਟੀ ਜਮ ਕੀ ਫਾਸਾ। ਕਾਹੂ ਨਾਨਕ ਪ੍ਰਭ ਕਿਰਪਾ ਧਾਰੀ, ਮਨ ਤਨ ਭਏ ਬਿਗਾਸਾ। ਕਾਲ ਕਲੇਸ਼ ਮਿਟੇ ਦੁਖ ਸਗਲੇ, ਕਾਟੀ ਜਮ ਕੀ ਫਾਸਾ। ਕਹੋ ਨਾਨਕ ਪ੍ਰਭ ਕਿਰਪਾ ਧਾਰੀ, ਮਨ ਤਨ ਭਏ ਬਿਗਾਸਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਆਪਣੇ ਦੀਦਾਰ ਬਖਸ਼ਦਿਆਂ ਹੋਇਆਂ ਜੋ ਸ਼ਬਦ ਸਮੁੱਚੀ ਲੋਕਾਈ ਲਈ, ਪੂਰੀ ਮਾਨਵਤਾ ਲਈ ਹੁਕਮ ਰੂਪ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਜਿੱਥੇ ਅੱਜ ਇਸ ਅੰਮ੍ਰਿਤ ਸ਼ਬਦ ਦੀ ਵਿਚਾਰ ਆਪਾਂ ਕਰਾਂਗੇ,
ਉਥੇ ਅੱਜ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦੇ ਬਹੁਤ ਪਿਆਰੇ ਸਿੱਖ, ਗੁਰੂ ਅੰਗਦ ਦੇਵ ਦੀਆਂ ਰਹਿਮਤਾਂ ਨਾਲ ਨਿਵਾਜੇ ਹੋਏ ਸਿੱਖ, ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਦੀ ਸੇਵਾ ਵਿੱਚ ਰਹੇ ਸਿੱਖ, ਗੁਰੂ ਰਾਮਦਾਸ ਵੇਲੇ ਇਸ ਸਰੋਵਰ ਦੀ ਕਾਰ ਸੇਵਾ ਦੀ ਨਿਗਰਾਨੀ ਕਰਨ ਵਾਲੇ ਸਿੱਖ, ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਵੇਲੇ ਹਰਮੰਦਰ ਸਾਹਿਬ ਵਿੱਚ ਬੈਠ ਕੇ ਉਪਦੇਸ਼ ਵੀ ਦੇਣਾ, ਜਦੋਂ ਮਹਾਰਾਜ ਸਵਰੂਪ ਤਿਆਰ ਕਰ ਰਹੇ ਨੇ ਤੇ ਸੀਸ ਤੇ ਚੁੱਕ ਕੇ ਪਹਿਲਾ ਪ੍ਰਕਾਸ਼ ਕਰਨਾ, ਛੇਵੇਂ ਸਤਿਗੁਰਾਂ ਲਈ ਅਰਦਾਸ ਕਰਨੀ, ਛੇਵੇਂ ਸਤਿਗੁਰਾਂ ਨੂੰ ਗੁਰਮੁਖੀ ਦੀ ਵਿਦਿਆ ਦੇਣੀ, ਅਕਾਲ ਤਖਤ ਬਣਾਉਣ ਵਿੱਚ ਪੂਰਨ ਆਪ ਸਹਿਯੋਗ ਕਰਨਾ, ਮੀਰੀ ਪੀਰੀ ਦੀਆਂ 2 ਕਿਰਪਾਨਾਂ ਪਹਿਨਾਨੀਆਂ, ਸ਼ਬਦ ਚੌਕੀ ਦੀ ਆਰੰਭਤਾ ਕਰਨੀ ਤੇ ਆਪਣੀ ਹਯਾਤੀ ਵਿੱਚ ਗੁਰੂ ਹਰਿ ਰਾਏ ਸਾਹਿਬ ਤੇ ਗੁਰੂ ਤੇਗ ਬਹਾਦਰ ਦੇ ਵੀ ਦਰਸ਼ਨ ਕਰਨੇ, ਭਾਵੇਂ ਉਹ ਗੁਰੂ ਪਦ ਤੇ ਅਸੀਨ ਨਹੀਂ ਸਨ। ਉਸ ਮਹਾਨ ਮਹਾਂਪੁਰਸ਼ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਹੈ। ਆਪ ਸੰਗਤ ਨੂੰ ਐਸੇ ਪੂਰਨ ਗੁਰਸਿੱਖ, ਜਿਹੜਾ ਮਰਜੀ ਲਫ਼ਜ਼ ਉਹਨਾਂ ਲਈ ਰੂਹਾਨੀਅਤ ਦਾ ਵਰਤ ਲਓ, ਉਹਨਾਂ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ। ਆਪਾਂ ਉਹਨਾਂ ਦੇ ਜੀਵਨ ਸੰਬੰਧੀ ਵੀ ਵਿਚਾਰ ਕਰਾਂਗੇ, ਇਸ ਅੰਮ੍ਰਿਤ ਬਚਨ ਨੂੰ ਵੀ ਆਪਾਂ ਵਿਚਾਰਾਂਗੇ। ਆਪ ਸੰਗਤ ਜੋ ਇੱਥੇ ਉਪਸਥਿਤ ਹੋ, ਆਪਣੇ ਘਰਾਂ ਵਿੱਚ, ਦੇਸ਼ ਵਿਦੇਸ਼ ਵਿੱਚ ਕਿਤੇ ਵੀ ਬੈਠੇ ਸੁਣ ਰਹੇ ਹੋ, ਸਾਧ ਸੰਗਤ ਸੱਚ ਇਹ ਵੇ ਆਪਣੇ ਧੁਰ ਅੰਦਰ ਤੋਂ ਅਸੀਸ ਬਖਸ਼ੋ, ਕਿਉਂਕਿ ਹਰ ਬੰਦਾ ਗੁਣ ਸੰਪੰਨ ਨਹੀਂ, ਸਾਡੇ ਵਿੱਚ ਵੀ ਬੇਅੰਤ ਔਗਣ ਨੇ, ਪਰ ਗੁਰੂ ਦੀ ਸਿਫਤ ਕਰਦਿਆਂ ਸਿਫਤ ਵੱਲ ਹੀ ਧਿਆਨ ਦਿਆ ਜੇ, ਸਾਡੇ ਔਗਣਾਂ ਤੇ ਪਰਦਾ ਪਾ ਦਿਆ ਕਰੋ। ਕਰੋ ਕਿਰਪਾ, ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਅਸੀਸ ਬਖਸ਼ੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹਲਾ ਪੰਜਵਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੋਰਠ ਰਾਗ ਵਿੱਚ ਪੰਚਮ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਆਪਣੀ ਰਸਨਾ ਤੋਂ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ। ਗੁਣ ਗਾਵੋ ਪੂਰਨ ਅਬਿਨਾਸੀ। ਇਸ ਅੰਮ੍ਰਿਤ ਬਚਨ ਦੀ ਆਰੰਭਤਾ ਵਿੱਚ ਸਤਿਗੁਰੂ ਪੂਰੇ ਸੰਸਾਰ ਨੂੰ ਇਹ ਸੰਬੋਧਨ ਕਰਕੇ ਕਹਿ ਰਹੇ ਨੇ, ਕੀ ਬਖਸ਼ਿਸ਼ ਕਰ ਰਹੇ ਨੇ? ਗੁਣ ਗਾਵੋ ਪੂਰਨ ਅਬਿਨਾਸੀ। ਲਫ਼ਜ਼ੀ ਅਰਥ ਬੜੇ ਸਰਲ ਨੇ ਜੀ ਇਸ ਸ਼ਬਦ ਦੇ। ਗੁਣ ਗਾਵੋ ਪੂਰਨ ਅਬਿਨਾਸੀ। ਪੂਰਨ ਦਾ ਅਰਥ ਹੈ ਮੁਕੰਮਲ, ਅਬਿਨਾਸੀ ਦਾ ਅਰਥ ਹੈ ਜਿਨਨੇ ਕਦੀ ਵੀ ਨਾਸ਼ ਨਹੀਂ ਹੋਣਾ, ਅਭੰਗੰ ਵਿਭੂਤੇ, ਜਿਨਨੇ ਕਦੀ ਖੰਡਨ ਨਹੀਂ ਹੋਣਾ। ਸਤਿਗੁਰੂ ਗੁਰੂ ਅਰਜੁਨ ਦੇਵ ਕਹਿੰਦੇ ਨੇ ਉਹ ਪਰਮੇਸ਼ਵਰ ਜੋ ਪਰਿਪੂਰਨ ਹੈ, ਜੋ ਅਬਿਨਾਸੀ ਨੇ, ਕਿਉਂਕਿ ਨਾ ਉਹ ਮਰੈ ਨਾ ਹੋਵੇ ਸੋਗ, ਉਹ ਅਬਿਨਾਸੀ ਹੈ। ਉਹ ਅਬਿਨਾਸੀ ਰਾਇਆ, ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਾਮਲ ਖੋਏ। ਨਾ ਨਾਸ਼ ਹੋਣ ਵਾਲਾ ਅਬਿਨਾਸੀ ਪਰਮਾਤਮਾ, ਭਾਈ ਉਸ ਪੂਰਨ ਪਰਮੇਸ਼ਵਰ ਦੇ ਗੁਣ ਗਾਵੋ, ਉਸ ਦੇ ਗੁਣਾਂ ਨੂੰ ਗਾਇਨ ਕਰੋ, ਉਸ ਦੀਆਂ ਸਿਫਤਾਂ ਕਰੋ। ਕਾਮ ਕ੍ਰੋਧ ਬਿਖ ਜਾਰੇ। ਕਾਮ
ਕ੍ਰੋਧ, ਬਿਖ ਜਾਰੇ, ਜਿਹੜੇ ਸਾਡੇ ਅੰਦਰ 5 ਜਜ਼ਬੇ ਨੇ, ਇਹ ਵਿਸ਼ੇ ਦਾ ਰੂਪ ਵੀ ਧਾਰਨ ਕਰਦੇ ਨੇ, ਜਿਨ੍ਹਾਂ ਨੂੰ ਆਪਾਂ ਵਿਕਾਰ ਕਹਿੰਦੇ ਹਾਂ। ਹਜ਼ੂਰ ਕਹਿੰਦੇ ਨੇ ਇੱਕ ਤਾਂ ਕਾਮ, ਦੂਸਰਾ ਕ੍ਰੋਧ। ਬਿਖ ਦਾ ਲਫ਼ਜ਼ੀ ਅਰਥ ਹੈ ਜ਼ਹਿਰ, ਜਾਰੇ ਦਾ ਅਰਥ ਹੈ ਜਾਲ ਦੇਣਾ, ਸਾੜ ਦੇਣਾ। ਇਸ ਸਾਰੀ ਮੁਕੰਮਲ ਤੁਕ ਦਾ ਅਰਥ ਹੈ ਕਿ ਹੇ ਭਾਈ, ਅਬਨਾਸ਼ੀ ਪੂਰਨ ਪਰਮਾਤਮਾ ਦੇ ਗੁਣ ਗਾਓ, ਜਿਹਦੇ ਗੁਣ ਗਾਉਣ ਦੇ ਨਾਲ ਕਾਮ ਤੇ ਕ੍ਰੋਧ ਜਿਹੜੀ ਜ਼ਹਿਰ ਸਾਨੂੰ ਟਿਕਣ ਨਹੀਂ ਦਿੰਦੀ, ਉਸ ਜ਼ਹਿਰ ਨੂੰ ਨਾਮ ਸਾੜ ਦਿੰਦਾ ਹੈ। ਵੇਖੋ ਬੜਾ ਕਮਾਲ ਦਾ ਨੁਕਤਾ ਹੈ। ਇਹ ਦੋ ਹੀ ਚੀਜ਼ਾਂ ਬੰਦੇ ਨੂੰ ਟਿਕਣ ਨਹੀਂ ਜੇ ਦਿੰਦੀਆਂ। ਜਿੰਨਾ ਮਰਜੀ ਕੋਈ ਪਰਦੇ 'ਚ ਜੀ ਕੇ ਕਹੇ, ਮਹਾਰਾਜ ਕਹਿੰਦੇ ਨੇ ਅਬਨਾਸ਼ੀ ਪਰਮਾਤਮਾ ਦੇ ਗੁਣ ਗਾਓ, ਜਿਸ ਦੇ ਗੁਣ ਗਾਉਣ ਦੇ ਨਾਲ ਕਾਮ ਤੇ ਕ੍ਰੋਧ ਦੀ ਜਿਹੜੀ ਜ਼ਹਿਰ ਹੈ, ਉਸ ਜ਼ਹਿਰ ਨੂੰ ਨਾਮ ਸਾੜ ਦਿੰਦਾ ਹੈ। ਮਹਾ ਬਿਖਮ ਅਗਨ ਕੋ ਸਾਗਰ। ਮਹਾ ਬਿਖਮ, ਮਹਾ ਦਾ ਅਰਥ ਹੈ ਬਹੁਤ ਵੱਡਾ, ਬਿਖਮ ਦਾ ਲਫ਼ਜ਼ੀ ਅਰਥ ਹੈ ਕਿ ਬਹੁਤ ਔਖਾ, ਜਿਹੜਾ ਬਹੁਤ ਔਖਾ ਹੈ, ਬਹੁਤ ਵੱਡਾ ਹੈ। ਮਹਾਰਾਜ ਕਹਿੰਦੇ ਮਹਾ ਬਿਖਮ ਅਗਨ ਕੋ ਸਾਗਰ, ਜਿਹੜਾ ਅੱਗ ਦਾ ਸਾਗਰ ਦਰ ਤੇ ਸਮੁੰਦਰ। ਇਹਦੇ ਅਰਥ ਇਉਂ ਕਰਾਂਗੇ, ਜਿਹੜਾ ਅੱਗ ਦਾ ਸਮੁੰਦਰ ਬਹੁਤ ਵੱਡਾ ਹੈ। ਸਾਧੂ ਸੰਗ ਉਧਾਰੇ। ਇਹ ਭਾਈ ਏਡਾ ਵੱਡਾ ਇਹ ਜ਼ਹਿਰ ਦਾ ਸਾਗਰ, ਜਦੋਂ ਤੂੰ ਸਾਧ ਸੰਗਤ ਵਿੱਚ ਬੈਠੇਗਾ, ਪੂਰਨ ਅਬਨਾਸ਼ੀ ਦੇ ਗੁਣ ਗਾਏਗਾ, ਪੂਰਨ ਅਬਨਾਸ਼ੀ ਦੇ ਗੁਣ ਗਾਉਣ ਨਾਲ ਕਾਮ ਕ੍ਰੋਧ ਜ਼ਹਿਰ ਸੜੇਗਾ, ਤੇ ਜਿਹੜਾ ਸਾਗਰ ਤਰਿਆ ਨਹੀਂ ਜਾਂਦਾ, ਸੱਚ ਵੇ ਇਸ ਬਿਖਮ ਸਾਗਰ ਨੂੰ ਹੀ ਪਰਮਾਤਮਾ ਤਾਰ ਦੇਵੇਗਾ। ਇਹ ਸਤਿਗੁਰਾਂ ਨੇ ਅੰਮ੍ਰਿਤ ਸ਼ਬਦ ਦੀਆਂ ਪਹਿਲੀਆਂ ਤੁਕਾਂ ਸਾਨੂੰ ਅੱਜ ਬਖਸ਼ਿਸ਼ ਕੀਤੀਆਂ ਨੇ। ਅਖਰੀ ਅਰਥ ਆਪਾਂ ਇਹਦੇ ਕੀਤੇ ਆ, ਕਿਉਂਕਿ ਸਮੇਂ ਅਨੁਸਾਰ ਅਸੀਂ ਤੁਕਾਂ ਦੀ ਵਿਚਾਰ ਕਰੀ ਜਾਾਂਗੇ। ਪਹਿਲੀ ਤਾਂ ਇੱਕ ਬੇਨਤੀ ਹੈ, ਮਹਾਰਾਜ ਕਹਿੰਦੇ ਨੇ ਗੁਣ ਗਾਵੋ ਪੂਰਨ ਅਬਨਾਸੀ। ਗੁਣ ਦਾ ਲਫ਼ਜ਼ੀ ਅਰਥ ਅਸੀਂ ਸਾਰੇ ਜਾਣਦੇ ਹਾਂ, ਖੂਬੀ ਕਹਿ ਲੋ, ਜਾਂ ਕਿਸੇ ਦੇ ਸੁਭਾਅ ਮੁਤਾਬਕ ਜਿਹੜੀ ਉਹਦੀ ਹਰਕਤ ਹੈ, ਉਹਨੂੰ ਆਪਾਂ ਗੁਣ ਕਹਿੰਦੇ ਆ। ਇੱਕ ਮੈਂ ਬੇਨਤੀ ਆਪ ਨੂੰ ਕਰਨੀ ਹੈ ਆਰੰਭ 'ਚ, ਕਿਉਂਕਿ ਜਿਹੜੇ ਸੱਜਣ ਬਾਣੀ ਪੜ੍ਹਦੇ ਆ, ਗੁਰ ਪ੍ਰਸਾਦ ਵਰਤੇ, ਉਹ ਛੇਤੀ ਟਪਲਾ ਨਹੀਂ ਖਾਂਦੇ। ਜਿਨ੍ਹਾਂ ਨੇ ਬਾਣੀ ਦਾ ਅਭਿਆਸ ਨਹੀਂ, ਪਰ ਇੱਕ ਸ਼ਰਤ ਨਾਲ ਫਿਰ ਕੱਲ ਵਾਲੀ ਨੇ ਯਾਦ ਰੱਖਿਓ, ਪੜ੍ਹਦੇ ਸਾਰੇ ਆ ਜਿਨ੍ਹਾਂ ਨੇ ਭਾਵਨਾ ਨਾਲ ਬਾਣੀ ਪੜ੍ਹੀ ਹੈ, ਜਿਨ੍ਹਾਂ ਨੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਪੜ੍ਹੀ, ਉਹਨਾਂ ਨੂੰ ਸਮਝ ਹੈ ਸਾਰੀ ਹੈ। ਹੁਣ ਅਸੀਂ ਅੱਜ ਕੱਲ੍ਹ ਸੁਣਨ ਨੂੰ ਇਹ ਮਿਲਦਾ ਹੈ ਕਿ ਗੁਣ ਹੀ ਪਰਮਾਤਮਾ ਹੈ। ਜਿਵੇਂ ਕਈ ਸੱਜਣ ਇਹ ਕਹਿੰਦੇ ਨੇ ਕੁਦਰਤ ਹੀ ਸਭ ਕੁਝ ਹੈ, ਕਿਉਂਕਿ ਉਹ ਕਾਦਰ ਦੀ ਗੱਲ ਕਰਨ ਤੋਂ ਸੰਕੋਚਦੇ ਆ। ਇਹ ਕਹਿੰਦੇ ਆ ਵੀ ਗੁਣ ਹੀ ਪਰਮਾਤਮਾ ਹੈ, ਪਰ ਗੁਣ ਨਿਧਾਨ ਦੀ ਗੱਲ ਕਰਨ ਤੋਂ ਕੰਨੀ ਥਰਕਾਉਂਦੇ ਆ, ਕੰਨੀ ਖਿਸਕਾਉਂਦੇ ਆ। ਇਹ ਮੈਂ ਹੱਥ ਜੋੜ ਬੇਨਤੀ ਹੈ, ਜਿਹੜੀ ਹਸਤੀ ਹੈ ਉਹਨੂੰ ਅਸੀਂ ਮੰਨ ਨਹੀਂ ਰਹੇ। ਅੰਦਰੂਨੀ ਤੌਰ ਤੇ ਜ਼ਹਿਰ ਲਪੇਟ ਕੇ ਦਿੱਤਾ ਜਾਂਦਾ ਸ਼ਬਦਾਂ ਦੀ ਮਿਠਾਸ ਮਿਲਾ ਕੇ। ਤੇ ਇਸ ਗੱਲ ਨੂੰ ਯਾਦ ਰੱਖਿਓ, ਬੋਲਣਾ ਇੱਕ ਕਲਾ ਵੀ ਹੈ। ਕਈ ਵਾਰੀ ਕਲਾਕਾਰ ਆ ਜਿਹੜੇ ਫਿਲਮਾਂ ਬਣਾਉਂਦੇ ਆ, ਤੁਸੀਂ ਦੇਖਦੇ ਹੋ ਇੰਨੇ ਕਮਾਲ ਦੀ ਐਕਟਿੰਗ ਕਰਦੇ ਨੇ ਕਿ ਉਹਨਾਂ ਬੰਦਿਆਂ ਦੀ ਐਕਟਿੰਗ ਦੇਖ ਕੇ, ਉਹਨਾਂ ਦਾ ਉਹ ਡਰਾਮਾ ਦੇਖ ਕੇ ਲੋਕੀ ਅੱਖਾਂ ਭਰ ਆਉਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਧਰਮ ਦੀ ਦੁਨੀਆ ਵਿੱਚ ਵੀ ਕਈ ਵਾਰੀ ਇੰਨੇ ਕਮਾਲ ਦੀ ਸ਼ਬਦਾਵਲੀ ਵਰਤਦੇ ਆ, ਇੰਨਾ ਪ੍ਰਭਾਵ ਪਾਉਂਦੇ ਆ ਕਿ ਲੋਹੇ ਨੂੰ ਵੀ ਸੋਨਾ ਬਣਾ ਕੇ ਲੋਕਾਂ ਵਿੱਚ ਵੇਚ ਦਿੰਦੇ ਆ। ਆਪ ਜੀ ਇੱਕ ਪਾਠ ਕਰਦੇ ਹੋ ਆਸਾ ਕੀ ਵਾਰ ਵਿੱਚ, ਮਹਾਰਾਜ ਜੀ ਨੇ ਬਚਨ ਕੀਤਾ, ਪੜ੍ਹ ਪੁਸਤਕ ਸੰਧਿਆ ਬਾਦਨ। ਧਰਮ ਦੀ ਪੋਥੀ ਵੀ ਪੜ੍ਹਦਾ ਤੇ ਸੰਧਿਆ ਵੀ ਕਰਦਾ, ਤੇ ਫਿਰ ਗਿਆਨ ਇੰਨਾ ਉਹਦੇ ਸੰਬੰਧੀ ਵਾਦ ਵਿਵਾਦ ਚਰਚਾ ਵੀ ਕਰਨ ਨੂੰ ਤਿਆਰ ਰਹਿੰਦਾ। ਪੜ੍ਹ ਪੁਸਤਕ ਸੰਧਿਆ ਬਾਦਨ, ਸਿਲ ਪੂਜਸ, ਪੱਥਰ ਦੀ ਮੂਰਤੀ ਵੀ ਪੂਜ ਰਿਹਾ। ਬਗੁਲ ਸਮਾਦਨ, ਅੱਖਾਂ ਬੰਦ ਕਰਕੇ ਸਮਾਧੀ ਵਿੱਚ ਵੀ ਬੈਠਦਾ ਹੈ, ਪਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿ ਰਹੀ ਹੈ ਉਹਦੀ ਸਮਾਧੀ ਬਗਲੇ ਦੀ ਸਮਾਧੀ ਹੈ।
ਮੈਂ ਆਪਾਂ ਕਿਉਂਕਿ ਵਿਸ਼ੇ ਤੋਂ ਦੂਰ ਨਹੀਂ ਜਾਣਾ ਹੈ, ਪਰ ਕਰਨ ਬਹੁਤ ਮੇਰਾ ਬਗਲ ਸਮਾਧੀ ਵੀ ਹੁੰਦੀ ਤੇ ਇੱਕ ਅਸਲੀ ਸਮਾਧੀ ਵੀ ਹੈ। ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਬੇਭੂਖਨ ਸਾਰੰਗ ਗਲ ਮਾਲਾ ਤਿਲਕ ਲਲਾਟੰ ਦੋਇ ਧੋਤੀ ਬਸਤਰ ਕਪਾਟੰ। ਹੁਣ ਇਸ ਤੁਕ ਨੂੰ ਜਿਹੜਾ ਅਸੀਂ ਪੜ੍ਹਿਆ ਕਿ ਮੁਖ ਝੂਠ ਬੇਭੂਖਨ ਸਾਰੰਗ, ਚਲੋ ਮੁਖ ਝੂਠ ਦੇ ਅਰਥ ਤਾਂ ਬੜੀ ਆਮ ਸਮਝ ਪੈ ਜਾਂਦੇ ਆ, ਮੂੰਹ ਤੋਂ ਝੂਠ ਬੋਲਣਾ। ਅਗਲਾ ਲਫ਼ਜ਼ ਹੈ ਬੇਭੂਖਨ, ਜਿਹਨੂੰ ਆਪਾਂ ਅਲੰਕਾਰ ਗਹਿਣਾ ਕਹਿੰਦੇ ਆ। ਮੁਖ ਝੂਠ ਬੇਭੂਖਨ ਸਾਰੰਗ, ਅਸਲ 'ਚ ਸਾਰ ਦਾ ਲਫ਼ਜ਼ੀ ਅਰਥ ਸੰਭਾਲ ਵੀ ਹੈ, ਸਾਰ ਦਾ ਅਰਥ ਨਿਚੋੜ ਵੀ ਹੈ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਰ ਦਾ ਅਰਥ ਲੋਹਾ ਵੀ ਹੈ। ਇਹਦੇ ਤੋਂ ਸ਼ਬਦ ਬਣਿਆ ਸਰੀਆ, ਜਿਹੜਾ ਆਪਾਂ ਆਮ ਤੌਰ ਤੇ ਕਹਿੰਦੇ ਸਰੀਆ, ਇਹ ਸਾਰ ਤੋਂ ਬਣਿਆ। ਮਹਾਰਾਜ ਜੀ ਦਾ ਇਹ ਬਚਨ ਤੁਸੀਂ ਜਪਜੀ ਸਾਹਿਬ 'ਚ ਪੜ੍ਹਦੇ ਹੋ, ਨਾਨਕ ਕਥਨਾ ਕਰੜਾ ਸਾਰ, ਲੋਹੇ ਨੂੰ ਚਬਾਣਾ ਬੜਾ ਔਖਾ ਹੈ। ਮਹਾਰਾਜ ਕਹਿੰਦੇ ਮੁਖ ਝੂਠ ਬੇਭੂਖਨ ਸਾਰੰਗ, ਜਿਹੜੇ ਗਹਿਣੇ ਨੇ ਉਹ ਮੈਟਲ ਹੈ, ਲੋਹਾ, ਤੇ ਝੂਠ ਇੰਨਾ ਕੋਈ ਸ਼ਿੰਗਾਰ ਕੇ ਬੋਲਦਾ ਹੈ, ਸੱਚੀ ਮੁੱਚੀ ਲੋਹੇ ਦੇ ਗਹਿਣੇ ਨੂੰ ਲੋਕਾਂ ਵਿੱਚ ਸੋਨਾ ਪੇਸ਼ ਕਰਕੇ ਆਪਣਾ ਕੰਮ ਕਰਕੇ ਨਿਕਲ ਜਾਂਦਾ ਹੈ। ਇਹਦਾ ਮਤਲਬ ਮੁਖ ਤੋਂ ਦੀ ਏਡੀ ਕਲਾਕਾਰੀ ਹੈ ਕਿ ਮੁਖ ਝੂਠ ਬੇਭੂਖਨ ਸਾਰੰਗ, ਉਹ ਲੋਹੇ ਨੂੰ ਵੀ ਸੋਨਾ ਬਣਾ ਜਾਂਦਾ ਹੈ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨੀ ਚਾਹਨਾ, ਇਸ ਗੱਲ ਨੂੰ ਧਿਆਨ 'ਚ ਰੱਖਿਓ ਕਿ ਗੁਣ ਤੇ ਗੁਣਵੰਤਾ ਇਹ ਦੋ ਸ਼ਬਦ ਸੋਨੂ ਨੇ, ਕਿਉਂਕਿ ਆਮ ਤੌਰ ਤੇ ਮੈਂ ਫਿਰ ਕਿਹਾ ਜਿਹਨੂੰ ਗੁਰਮਤ ਦੀ ਨਹੀਂ ਸਮਝ, ਉਹ ਨਵਾਂ ਨਵੀਨ ਅਗਾਂਹ ਵਧੂ ਸਾਡੀ ਜੀ ਅਸਾਂ ਸਮਾਜ ਨੂੰ ਅੱਗੇ ਲੈ ਕੇ ਜਾਣਾ ਹੈ। ਯਾਦ ਰੱਖਿਓ ਸਮਾਜ ਅੱਗੇ ਤਾਂ ਜਾਏਗਾ ਜੇ ਪਿਛੋਕੜ ਨਾਲ ਜੁੜੇਗਾ ਤਾਂ। ਜਿਹੜਾ ਪੁਰਾਤਨਤਾ ਨਾਲ ਨਹੀਂ ਜੁੜਿਆ ਉਹਨੇ ਨਵੀਨਤਾ 'ਚ ਕਿੱਥੇ ਜਾਣਾ ਹੈ। ਫਿਰ ਸੁਣਿਓ, ਇੱਕ ਰੁੱਖ ਉੱਚਾ ਜਾ ਰਿਹਾ ਹੈ, ਉਹਦੇ ਪੱਤੇ, ਉਹਦੇ ਫੁੱਲ, ਉਹਦੇ ਫਲ, ਉਹਦੀ ਸੁਗੰਧੀ, ਤੇ ਜੇ ਉਹ ਫੁੱਲ ਫਲ ਤੇ ਸੁਗੰਧੀ ਇਹ ਕਹੇ ਵੀ ਅਸੀਂ ਤਾਂ ਉੱਚੇ ਜਾ ਰਹੇ ਹਾਂ, ਸਾਡਾ ਸੰਬੰਧ ਜੜ ਨਾਲ ਨਹੀਂ, ਯਾਦ ਰੱਖਿਓ ਜੜ ਭਾਵੇਂ ਨਾ ਵੀ ਦਿਸਦੀ ਹੋਵੇ, ਪੱਤੇ ਤੇ ਫੁੱਲ ਜਿੱਦਣ ਜੜ ਨੂੰ ਇਗਨੋਰ ਕਰਨਗੇ ਉਦੋਂ ਸੁੱਕ ਜਾਣਗੇ ਤੇ ਸੜ ਜਾਣਗੇ। ਇਹਨਾਂ ਨੇ ਵੀ ਤਾਂ ਕਾਇਮ ਰਹਿਣਾ ਜੇ ਇਹ ਜੜ ਦੇ ਨਾਲ ਜੁੜੇ ਰਹਿਣਗੇ ਤਾਂ। ਫਿਰ ਅਰਜ਼ ਹੈ, ਹੁਣ ਇੱਕ ਪਾਸੇ ਕਹਿਣਾ ਪ੍ਰਮਾਤਮਾ ਸਿਰਫ ਗੁਣ ਹੈ ਜੀ, ਕਿਉਂਕਿ ਸਾਨੂੰ ਸੁਣਨ ਨੂੰ ਮਿਲਦਾ, ਮੈਂ ਕਿਸੇ ਤੇ ਕਟਾਕਸ਼ ਨਹੀਂ ਕਰ ਰਿਹਾ, ਪਰ ਗੁਰਬਾਣੀ ਦੀ ਗੱਲ ਕਰਦੇ ਆਂ ਵੀ ਗੁਰਬਾਣੀ ਦੇ ਜੀ ਪ੍ਰਮਾਤਮਾ ਗੁਣ ਹੈ। ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਹੁਣ ਸੂਰਜ ਨਿਕਲਿਆ ਹੈ ਨਾ ਜੀ, ਇਹ ਮੈਨੂੰ ਵੀ ਪਤਾ ਸੂਰਜ ਵਿੱਚ ਨਿੱਘ, ਨਿੱਘ ਇੱਕ ਗੁਣ ਹੈ, ਉਹਦੇ ਵਿੱਚ ਨਿੱਘ ਹੈ, ਗੁਣ ਹੈ ਨਾ, ਰੋਸ਼ਨੀ ਹੈ, ਚਾਨਣ ਹੈ, ਇਹ ਵੀ ਗੁਣ ਹੈ ਨਾ। ਤੇ ਜੇ ਮੈਂ ਮੂਰਖਤਾਈ ਇਹ ਕਰਕੇ ਕਹਾਂ ਲੋਕੋ ਧੁੱਪ ਤੇ ਨਿੱਘ ਹੀ ਸਭ ਕੁਝ ਹੈ, ਸੂਰਜ ਦਾ ਮੈਂ ਨਾਂ ਹੀ ਨਾ ਲਵਾਂ, ਧੁੱਪ ਤੇ ਨਿੱਘ, ਧੁੱਪ ਤੇ ਨਿੱਘ, ਲੋਕ ਕਹਿਣਗੇ ਮੂਰਖਾ ਜਿਹਦੇ ਤੋਂ ਪੈਦਾ ਹੋਈ ਉਹਦਾ ਨਾਂ ਤਾਂ ਲੈ ਦੇ। ਨਿੱਘ ਤੇ ਧੁੱਪ, ਫਿਰ ਬੇਨਤੀ ਰੋਸ਼ਨੀ ਤੇ ਨਿੱਘ, ਇਹ ਸੂਰਜ ਦਾ ਇੱਕ ਗੁਣ ਹੈ। ਪਰ ਜੇ ਸੂਰਜ ਨੂੰ ਇਗਨੋਰ ਕਰਕੇ ਸਿਰਫ ਦੋ ਦੀ ਗੱਲ ਕਰਾਂਗੇ ਤੇ ਸੱਚੀ ਮੁੱਚੀ ਬੇਈਮਾਨੀ ਹੋਵੇਗੀ। ਸੂਰਜ ਦਾ ਗੁਣ ਨੂੰ ਵੇਖ ਕੇ ਅਸੀਂ ਗੁਣ ਦੀ ਗੱਲ ਕਰ ਰਹੇ ਹਾਂ, ਪਰ ਉਹਨੂੰ ਕਿਉਂ ਨਹੀਂ ਮੰਨਦੇ ਪਏ ਜਿਸ ਸੂਰਜ ਦਾ ਗੁਣ ਹੈ। ਮੈਂ ਫਿਰ ਲਫ਼ਜ਼ ਵਰਤਾਂਗਾ, ਗੁਣ ਅਤੇ ਗੁਣਵੰਤਾ ਇਹ ਜੁੜੇ ਆਪਸ 'ਚ ਇੱਕ ਹੀ ਨੇ। ਫਿਰ ਬੇਨਤੀ ਇਹ ਕੋਈ ਸਮਝੇ ਵੀ ਗੁਣ ਗੁਣਵੰਤੇ ਤੋਂ ਵੱਖਰਾ ਹੈ। ਹੁਣ ਸੂਰਜ ਹੈ ਤੇ ਜੇ ਅਸੀਂ ਕਹੀ ਜੀ ਸੂਰਜ ਨਹੀਂ ਸਾਨੂੰ ਚੰਗਾ ਲੱਗਦਾ, ਸਿਰਫ ਧੁੱਪ ਚਾਹੀਦੀ ਹੈ, ਆਪਾਂ ਚਲੋ ਉਦਾਹਰਨ ਲੈ ਰਹੀ ਨਾ, ਸੂਰਜ ਨਹੀਂ ਅਸੀਂ ਪਸੰਦ ਕਰਦੇ, ਸਾਨੂੰ ਸਿਰਫ ਨਿੱਘ ਚਾਹੀਦਾ, ਲੈ ਜਾਓ ਸੂਰਜ। ਤੇ ਚੇਤੇ ਰੱਖਿਓ ਧੁੱਪ ਨੇ ਤੇ ਨਿੱਘ ਨੇ ਉਦੋਂ ਕਹਿਣਾ ਜਿੱਥੇ ਮਰਜੀ ਜਾ, ਅਸੀਂ ਵੀ ਇਹਦੇ ਕਰਕੇ ਜੇ ਇਹ ਨਾ ਆਇਆ ਤੇ ਸਾਡੀ ਵੀ ਕੋਈ ਹੋਂਦ ਨਹੀਂ। ਹੁਣ ਅਸੀਂ ਗੁਣ ਦੀ ਗੱਲ ਕਰ ਰਹੇ ਹਾਂ, ਮੈਂ ਕਹਿੰਦਾ ਕਰਨੀ ਚਾਹੀਦੀ ਹੈ। ਅੱਜ ਮਹਾਰਾਜ ਜੀ ਮੈਂ ਇੱਕੋ ਹੀ ਸ਼ਬਦ ਪਹਿਲਾ ਇੱਕੋ ਲਫ਼ਜ਼ ਲਿਆ, ਗੁਣ। ਸੂਰਜ ਦਾ ਗੁਣ ਨਿੱਘ ਦੇਣਾ ਹੈ, ਸੂਰਜ ਦਾ ਗੁਣ ਜਿਹੜਾ ਰੋਸ਼ਨੀ ਦੇਣਾ ਹੈ, ਇਹ ਦ੍ਰਿਸ਼ਟਮਾਨ ਦਿਸਦਾ ਹੈ। ਇੱਕ ਸੂਰਜ ਦਾ ਹੋਰ ਵੀ ਗੁਣ ਹੈ ਜਿਹੜਾ ਦਿਸਦਾ ਨਹੀਂ ਪਰ ਅਚਨਚੇਤ ਕੰਮ ਕਰਦਾ ਹੈ, ਅਦ੍ਰਿਸ਼ਟ, ਨਜ਼ਰ ਨਹੀਂ ਆਉਂਦਾ। ਧੁੱਪ ਤਾਂ ਚਲੋ ਦਿਸ ਰਹੀ ਅੱਖਾਂ ਨੂੰ, ਤੇ ਜਦੋਂ ਸਾਡੀ ਚਮੜੀ ਨੂੰ ਇਹ ਸੇਕ ਲੱਗਦਾ ਇਹ ਵੀ ਪਤਾ ਵੀ ਧੁੱਪ ਵਿੱਚ ਨਿੱਘ ਹੈ। ਪਰ ਮੈਂ ਬੇਨਤੀ ਕਰਾਂ, ਜਿਹੜਾ ਫਲਾਂ ਵਿੱਚ ਰਸ ਭਰਦਾ ਹੈ ਉਹ ਕਦੀ ਖੇਡ ਦੇਖੀਏ ਸੂਰਜ ਕਿਵੇਂ ਪ੍ਰਕਿਰਿਆ ਕਰ ਰਿਹਾ? ਸੂਰਜ ਕਰਕੇ ਹੈ ਨਾ,
ਹੁਣ ਉਹਦਾ ਉਹ ਗੁਣ ਜਿਹੜਾ ਰਸ ਭਰਨਾ। ਗੁਰਮੁਖੋ ਯਾਦ ਰੱਖਿਓ, ਆਪਾਂ ਝੋਨਾ ਕਿਰਸਾਨੀ ਕਰਨ ਵਾਲੇ ਆਪ ਜ਼ਿਆਦਾ ਬੈਠੇ ਹੋ। ਜਿਹੜਾ ਝੋਨਾ, ਜਿਹੜਾ ਫਸਲ ਕੋਈ ਵੀ ਹੋਵੇ, ਜਿਹੜਾ ਰੁੱਖਾਂ ਦੇ ਥੱਲੇ ਆ ਜਾਏਗਾ ਨਾ, ਉਹ ਪਲਰੇਗਾ ਬੜਾ, ਪਰ ਉਹਦਾ ਝਾੜ ਚੰਗਾ ਨਹੀਂ ਨਿਕਲਦਾ। ਕਿਉਂ ਨਹੀਂ ਨਿਕਲਦਾ? ਹਾਲਾਂਕਿ ਖੇਤ ਇੱਕੋ ਜਿਹਾ, ਖਾਦ ਇੱਕੋ ਜਿਹੀ ਪਾਈ, ਪਾਣੀ ਇੱਕੋ ਜਿਹਾ ਲਿਆ, ਪਾਣੀ ਖੇਤ ਸਭ ਕੁਝ ਇੱਕੋ ਜਿਹਾ ਹੈ, ਪਰ ਜਿਹੜਾ ਛਾਂ ਦੇ ਥੱਲੇ ਰਹਿੰਦਾ ਹੈ ਉਹਦਾ ਫਲ ਚੰਗਾ ਨਹੀਂ ਪੈਂਦਾ। ਜੇ ਪੁੱਛੀਏ ਵੀ ਇਹ ਇੰਨਾ ਪਲਰਿਆ, ਇੰਨਾ ਵਧਿਆ, ਫਲ ਕਿਉਂ ਨਹੀਂ ਪਿਆ ਜ਼ਿਆਦਾ? ਕਹਿਣ ਲੱਗੇ ਕਰੀਏ ਕਿ ਰੁੱਖ ਦੀ ਛਾਂ ਥੱਲੇ ਸੀ, ਧੁੱਪ ਨਹੀਂ ਪਈ, ਇਸ ਕਰਕੇ ਫਲ ਨਹੀਂ ਪਿਆ। ਹੁਣ ਅਰਜ਼ ਹੈ ਕਿ ਉਹ ਜਿਹੜੀ ਸੂਰਜ ਖੇਡ ਕਰ ਰਿਹਾ ਹੈ, ਅਦ੍ਰਿਸ਼ਟ ਕਰ ਰਿਹਾ ਹੈ, ਸਾਨੂੰ ਪਤਾ ਵੀ ਨਹੀਂ। ਮੈਂ ਫਿਰ ਰਿਪੀਟ ਕਰਾਂਗਾ, ਧੁੱਪ ਦਾ ਤੇ ਨਿੱਘ ਦਾ ਪਤਾ ਹੈ ਕਿਉਂਕਿ ਦਿਨ ਚੜਿਆ ਹੈ, ਪਰ ਜਿਹੜਾ ਉਹ ਕਿੰਨੂਆਂ ਵਿੱਚ ਰਸ ਭਰਦਾ ਹੈ, ਜਿਹੜਾ ਉਹ ਅਨਾਰਾਂ ਦੇ ਦਾਣਿਆਂ ਵਿੱਚ ਰਸ ਭਰਦਾ ਹੈ, ਜਿਹੜਾ ਤੁਹਾਡੇ ਪੱਠਿਆਂ ਵਿੱਚ, ਝੋਨੇ ਵਿੱਚ, ਮੱਕੀ ਵਿੱਚ, ਕਪਾਹ ਵਿੱਚ, ਨਰਮੇ ਵਿੱਚ ਜੋ ਕੁਝ ਆਪ ਜੀ ਬੀਜਦੇ ਹੋ, ਜਿਹੜਾ ਉਹਦੇ ਵਿੱਚ ਰਸ ਤੇ એનર્ਜੀ ਪੈਦਾ ਕਰਦਾ ਹੈ, ਉਹ ਵੀ ਸੂਰਜ ਹੈ। ਮੈਂ ਇਹ ਕਹਾਂ ਜੀ, ਮੈਂ ਸੂਰਜ ਨਹੀਂ ਮੰਨਦਾ, ਪਰ ਪ੍ਰਕਿਰਿਆ ਉਹਦੀ ਮੰਨਣਾ ਪਿਆ। ਵੇਖੋ ਕਿੱਡੀ ਖਾਸੋ ਹੀ ਨਹੀਂ ਗੱਲ ਹੈ ਕਿ ਗੁਣ ਮੰਨਦੇ ਆ ਤੇ ਗੁਣ ਨਿਧਾਨ ਨਹੀਂ ਮੰਨ ਰਹੇ। ਮੈਂ ਇੱਕ ਹੋਰ ਉਦਾਹਰਨ ਦੇਣਾ, ਸਿਰਫ ਇਸ ਕਰਕੇ ਗੁਰਮੁਖੋ, ਗੁਣ ਪਰਮਾਤਮਾ ਦੇ ਨੇ। ਜਿਵੇਂ ਧੁੱਪ ਤੇ ਨਿੱਘ ਮੈਂ ਕਿਹਾ, ਇਹ ਗੁਣ ਨੇ ਉਹਦੇ, ਪਰ ਜਿਹੜਾ ਦੇ ਰਿਹਾ ਉਹਦੀ ਖਸਤੀ ਕਰਕੇ ਨੇ। ਚੰਦਨ ਦਾ ਰੁੱਖ ਹੈ, ਆਪ ਜੀ ਨੇ ਦੇਖਿਆ ਹੋਵੇ ਕਿ ਚੰਦਨ ਦੇ ਰੁੱਖ ਦੇ ਵਿੱਚ ਸੁਗੰਧੀ ਹੈ। ਹੁਣ ਬੰਦਾ ਇਹ ਕਹੇ ਜੀ ਮੈਂ ਸਮੈਲ ਮੰਨਣਾ, ਮੈਂ ਸੁਗੰਧੀ ਮੰਨਣਾ ਉਹਦਾ ਗੁਣ, ਪਰ ਚੰਦਨ ਦਾ ਜ਼ਿਕਰ ਹੀ ਨਾ ਕਰੇ, ਤੇ ਕਿੱਡੀ ਮੂਰਖਤਾ ਹੀ ਹੈ, ਧੱਕਾ ਹੀ ਹੈ ਨਾ ਅਰਥਾਂ 'ਚ। ਹੁਣ ਇੱਕ ਪਾਸੇ ਚੰਦਨ ਦੀ ਸੁਗੰਧੀ ਦਾ ਜ਼ਿਕਰ ਹੋ ਰਿਹਾ ਹੈ, ਪਰ ਚੰਦਨ ਦਾ ਜ਼ਿਕਰ ਨਹੀਂ ਹੋ ਰਿਹਾ। ਗੁਰਮੁਖੋ ਗੁਲਾਬ ਦੇ ਫੁੱਲ ਦੀ ਸੁਗੰਧੀ ਮੰਨ ਰਿਹਾ ਹੈ, ਪਰ ਗੁਲਾਬ ਦਾ ਜ਼ਿਕਰ ਨਹੀਂ ਕਰ ਰਿਹਾ। ਰਾਤ ਦੀ ਰਾਣੀ ਵਿੱਚ ਰਾਤ ਦੀ ਸੁਗੰਧੀ ਮੰਨ ਰਿਹਾ ਹੈ, ਪਰ ਰਾਤ ਦੀ ਰਾਣੀ ਨੂੰ ਇਗਨੋਰ ਕਰ ਰਿਹਾ ਹੈ। ਸੱਚ ਇਹ ਪਰਮਾਤਮਾ ਬੇਅੰਤ ਗੁਣਾਂ ਦਾ ਖਜ਼ਾਨਾ ਹੈ, ਉਹਦੇ ਗੁਣ ਗਾਓ, ਪਰ ਗੁਣ ਇਸ ਕਰਕੇ ਗਾਣੇ ਨੇ ਕਿ ਗੁਣ ਨਿਧਾਨ ਵੀ ਸਮਾ ਸਕੀਏ। ਫਿਰ ਅਰਜ਼ ਹੈ, ਮਹਾਰਾਜ ਕਹਿੰਦੇ ਨੇ ਉਹਦੇ ਗੁਣ ਗਾਓ। ਅੱਜ ਲਫ਼ਜ਼ ਗੁਣ ਆਇਆ, ਇੱਕ ਹੋਰ ਮੈਂ ਨਾਲ ਅਰਜ਼ ਕਰੀ ਜਾਵਾਂ। ਇੱਕ ਨੇ ਪਰਮਾਤਮਾ ਦੇ ਗੁਣ, ਇੱਕ ਨੇ ਪਰਮਾਤਮਾ ਦੀ ਰਚੀ ਹੋਈ ਇਨਸਾਨੀਅਤ ਵਿੱਚ ਗੁਣ। ਆ ਜਿਹੜੀ ਖਲਕਤ ਹੈ ਇਹਦੇ ਵਿੱਚ ਗੁਣ ਨੇ। ਪਰ ਤੁਸੀਂ ਦੇਖਿਓ ਕਿ ਮਨੁੱਖੀ ਇੱਕ ਸੁਭਾਅ ਹੈ, ਇਹ ਜਦੋਂ ਸਮਾਜ ਵਿੱਚ ਵਿਚਰਦਾ ਹੈ ਨਾ, ਸਾਰੇ ਨਹੀਂ, ਜਿਨ੍ਹਾਂ ਤੇ ਰੱਬ ਨੇ ਮਿਹਰ ਕੀਤੀ ਉਹ ਬਚ ਜਾਂਦੇ ਇਸ ਤੱਤੀ ਹਵਾ ਤੋਂ। ਆਮ ਬੰਦਾ ਜਦੋਂ ਵੀ ਸਮਾਜ ਵਿੱਚ ਵਿਚਰਦਾ ਹੈ, ਜਿੰਨੀ ਔਗਣ ਦੀ ਚਰਚਾ ਲੋਕ ਕਰਦੇ ਆ, ਇੰਨੇ ਗੁਣ ਦੀ ਚਰਚਾ ਨਹੀਂ ਕਰਦੇ। ਜਿੰਨਾ ਔਗਰ ਦੀ ਹਰ ਬੰਦਾ ਟੇਸਟ ਲਏਗਾ। ਤੁਸੀਂ ਮੰਨ ਲਓ ਬਾਣੀ ਦੀ ਕੋਈ ਗੱਲ ਕਰਦੇ ਹੋ, ਕੁਝ ਲੋਕ ਸੁਣਨਗੇ, ਪਰ ਜੇ ਕਿਸੇ ਦੀ ਗਲਤ ਗੱਲ ਦਾ ਪਤਾ ਲੱਗ ਜਾਏ, ਜਿਹੜਾ ਬੰਦਾ ਕੋਰਾ ਅਨਪੜ੍ਹੇ ਉਹ ਵੀ ਲੋਕਾਂ ਨੂੰ ਜਾ ਕੇ ਦੱਸੇਗਾ ਫਲਾਣੇ ਬਾਰੇ ਸੁਣਿਆ ਜੇ, ਦੱਸਨੇ ਆ ਨਾ, ਕਿਉਂਕਿ ਉਹ ਔਗਣ ਜਿਹੜਾ ਉਹਨੂੰ ਅਸੀਂ ਥਾਂ ਥਾਂ ਤੇ ਲੈ ਕੇ ਜਾਂਦੇ ਹਾਂ। ਇਹ ਸਮਾਜ, ਇਹ ਦੁਨੀਆ ਬਦਲ ਸਕਦੀ ਹੈ, ਪਰ ਅੱਜ ਅਫਸੋਸ ਕਿ ਜਿਹੜਾ ਮੀਡੀਆ ਅਸੀਂ ਵਰਤ ਰਹੇ ਹਾਂ, ਚਾਹੇ ਉਹ ਸੋਸ਼ਲ ਮੀਡੀਆ ਦਾ ਕੋਈ ਵੀ ਅੰਗ ਹੋਵੇ, ਜ਼ਿਆਦਾਤਰ ਲੋਕਾਂ ਨੇ ਔਗਣ ਹੀ, ਜ਼ਿਆਦਾਤਰ ਮੈਂ ਕਹਿ ਰਿਹਾ ਔਗਣ। ਇਹ ਜੇ ਕਹੋ ਜੀ ਅੱਜ ਲੋਕੀ ਖਰਾਬ ਹੋ ਗਏ, ਯਾਦ ਰੱਖਿਓ ਖਰਾਬ ਤੇ ਬਾਬੇ ਨਾਨਕ ਦੇ ਵੇਲੇ ਸਨ, ਹੁਣ એનર્ਜੀ ਕੱਢਣ ਦਾ ਸਾਧਨ ਮਿਲ ਗਿਆ ਹੈ। ਉਦੋਂ ਸਾਧਨ ਨਹੀਂ ਸੀ। ਜਿਹੜੇ ਗੁਨਾਹ ਉਦੋਂ ਸਨ ਉਹਨ ਵੀ ਨੇ। ਖੈਰ ਮੈਂ ਫਿਰ ਆਪ ਨੂੰ ਬੇਨਤੀ ਕਰਾਂ ਕਿ ਸਮਾਜ ਵਿੱਚ ਵੀ ਵਿਚਰਦੇ ਹਾਂ, ਗੁਰੂ ਕਹਿੰਦਾ ਜੇ ਜ਼ਿੰਦਗੀ ਨੂੰ ਤੂੰ ਸੱਚੀ ਮੁੱਚੀ ਗੁਨਾਹ ਨਾਲ ਭਰਪੂਰ ਕਰਨਾ ਤੇ ਇੱਕ ਜ਼ਿਹਨ ਵਿੱਚ ਲੈ ਕੇ ਤਰ ਕਿ ਮੈਂ ਸਮਾਜ ਵਿੱਚ ਸਿਰਫ ਗੁਣ ਗ੍ਰਹਿਣ ਕਰਨੇ ਨੇ, ਮੈਂ ਔਗਣਾਂ ਨੂੰ ਛੱਡ ਦੇਣਾ ਹੈ। ਮੈਂ ਗੁਣ ਸਿਰਫ ਲਾਂਗਾ, ਔਗਣ ਨਹੀਂ। ਤੇ ਇਹ ਵੀ ਸੱਚ ਜੇ ਗੁਰਮੁਖੋ, ਜਿੰਨੇ ਕਿਸੇ ਬੰਦੇ ਕੋਲ ਗੁਣ ਨੇ, ਗੁਰੂ ਗ੍ਰੰਥ ਸਾਹਿਬ ਕਹਿੰਦਾ ਗੁਣ ਇਸ ਤਰ੍ਹਾਂ ਨੇ ਜਿਵੇਂ ਮਾਂ ਜਾਏ ਸਕੇ ਭਰਾ ਹੁੰਦੇ ਨੇ। ਜਿਵੇਂ ਭਰਾ ਦੁੱਖ ਵਿੱਚ ਮੁਸੀਬਤ ਵਿੱਚ ਸਾਥ ਦਿੰਦਾ, ਗੁਣ ਭਰਾਵਾਂ ਦੀ ਤਰ੍ਹਾਂ ਨੇ। ਤੇ ਜਿਹੜੇ ਤੂੰ ਔਗਣ ਇਕੱਠੇ ਕਰਨਾ ਪਿਆ ਨਾ, ਇਹ ਇਸ ਤਰ੍ਹਾਂ ਨੇ ਜਿਵੇਂ ਲੋਹੇ ਦੀਆਂ ਜੰਜ਼ੀਰਾਂ ਤੇਰੇ ਪੈਰਾਂ ਨੂੰ ਕਿਸੇ ਨੇ ਪਾਈਆਂ ਹੋਣ। ਔਗਣ ਸੰਗਲ ਨੇ ਤੇ ਗੁਣ ਇਹ ਭਰਾ ਨੇ। ਮਹਾਰਾਜ ਨੇ ਕਿਹਾ ਨਾਨਕ ਔਗਣ ਜੇਤੜੇ
तेते गली जंजीर, जिन्ने औगन ने एक गाल च पाए कोई संगल ने, जे गुण होण तां कटियन से भाई से वीर। गुरमुखो गुण सच्ची मुच्ची भाई ने वीर ने, गुरमुखो गुण ग्रहण करन दी गल गुरु ग्रंथ साहिब करदे आ। एक बेनती होर शब्द महाराज जी दा, मैं एक बार बेनती की सी जदों लॉकडाउन पिछले साल सी, घर तो गुरु तेग बहादुर साहब दे बचन सांझे करदे आ। वेखो निंदिया ते नुकता चीनी, मैं अज फिर रिपीट कर लगा, निंदिया ते नुकता चीनी दोनों में बड़ा फर्क है। निंदिया आम तौर पर असीं नुकता चीनू नूं भी निंदिया च लै जाने, निंदिया और नुकता चीनी विच जमीन असमान का फर्क है। नुकता चीन बंदा पढ़िया हुंदा है, सियाणा हुंदा है, समझ हुंदी है, ते निंदक बंदा जिहड़ा मां मूर्ख हुंदा है, वो मूर्खताई। इहनूं फिर सुन ली, क्योंकि असीं ये कह देना फलाना बंदा बड़ा नुकता चीन है। मैं कहना नुकता चीन होना जरूरी है, पर निंदक होना नहीं चाहिए। इहनूं समझण लई एक उदाहरण देने। नुकते का लफ्जी अर्थ है एक एक बिंदु, क्योंकि फारसी विच आपां वरतने क्या नुकते लगदे ने। जदों अल्फ बे पे ते टे से जीम पढ़ने आ नुकता ही तां बदल देंदा सब कुछ ना। जे तुसीं जीम दे विच शक्ल तां उही है, जीम दे विच नुकता ला दिओ, विच उस जिहड़ी खे बनदी है उहदे विच पैन नाल एक डॉट डाट बिंदी ला दिओ, उहनूं नुकता कहंदे आ, ते वो इक्को दम है दी थां जय बन जाएगा। भाई गुरदास साहब ने एक थां वरतिया जी, भाई जी कहंदे आ इकत नुकते होए जाए महरम मुजरम खैर खुआरी, ये बाणी है। इकत नुकते होए जाए, एक ही नुकता लगता है महरम तो मुजरम बन जाता है। थोड़ा जिहा इस बेनती नूं विदवता कोई विखाण वास्ते नहीं, गुरमुखो डर बड़ा लगता कथा करदिआं भी, क्योंकि हर बंदा जिहड़ा, मैं तां ही कहा भी साडे औगण ना देखियो। हुण जदों कोई महरम लिखदा है, मीम खे रे ते मीम, ये चार हरूप लिखेगा ते महरम बन जाएगा। फिर बेनती है मीम खे रे ते मीम, ये महरम बन गया। ते जे किते इस महरम का लफ्जी अर्थ हुंदा भेदी, अंदर दा नज़दीकी, दिल दियां जानन वाला, जां महबूब शब्द भी वरतने। वैसे महरम दा अर्थ है जानन वाला। ऐ जे महरम दे खे दे विच जिथे खे लगा मीम खे, ਇਹਦੇ ਵਿੱਚ ਪੈਨ ਨਾਲ ਇੱਕ ਬਿੰਦੀ ਕੋ ਲਾਦਾ ਹੈ, बस चेते रखियो उस वेले ये शब्द बन जाता मुजरम। फर्क पै गया ना, महरम तो मुजरम बन गया। महरम का अर्थ है अंदर दी जानन वाला, ते मुजरम का अर्थ है अपराध करने वाला, गलती करने वाला। बस एक नुकता ही महरम तो मुजरम बना के रख दिंदा है। भाई साहब लिखते हैं इकत नुकते होए जाए महरम मुजरम खैर खुआरी। अर्ज है फिर सुनियो, नुकता चीन ते निंदक। वेखो नुकता चीन जेड़ा है, इनू भी एक उदाहरण देने। एक आदमी ने सोहनी तस्वीर बनाई, बहुत सोहनी तस्वीर बनाई जी। तस्वीर मतलब पेंटिंग कोई की, ते उन्हें थले एक रजिस्टर, मैं कई बार सुनाया, ते नाल पेन रख दिता, चौंक च रख दी उन्हें अपनी पेंटिंग, नाल एक कापी रख दी रजिस्टर, ते नाल पेन रख दिता, ते नाल लिख दिता भी लंघण वालिओ, जेड़ी मेरी इस चित्र विच इस पेंटिंग विच नुक्स नज़र आए ते तुसी अपने जेड़े ख्याल ने इस रजिस्टर ते लिख दिया जे। फिर बेनती है, उन्हें क्या लिख दिया जे। हुण जिन्ने लंघे उन्होंने मूर्ति देखी। लफ्ज़ मेरे ध्यान नाल सुनियो, मैं फिर दोहरान लगा कि नुकता चीन ते निंदक च फर्क है। हुण उन्हें कहा भी जिथे नुक्स लगे ते लिख दिया जे। जेड़े बंदियां दी बला जाने, ना रंगां दा पता ना चित्रकारी दा पता, वो लंघदे वो भी कागज काले करी गए। इस मूर्ति विच आ नुक्स है, इस मूर्ति विच आ नुक्स है, इहदा रंग फिक्का जिहा है, ये लगदी कि वो शाम तक तो रजिस्टर पूरा फुल हो गया। वो फिर आया, उन्हें कहा भी लोकी अजे भी बचे हुए रजिस्टर मुक गया, क्योंकि नुक्स कढ़ने वाले आ गए। उन्हें दूजे दिन अगला काम किया, मूर्ति फिर रख दी। उन्हें नाल बुरश पेंसिल ते रंग रख दिते। कहंदा हुण एक काम करियो, जेड़े नुक्स कल लभे ने ना वो अज ठीक कर जाया जी। केड़ा करूगा ठीक? फिर मेरी बेनती है, नुक्स लभण वालियां ने तां कापी भर दी पूरी,
ਆ ਵੀ ਗਲਤ, ਆ ਵੀ ਗਲਤ, ਆ ਵੀ ਗਲਤ। ਉਹਨੇ ਕਿਹਾ ਜਿਹੜੀ ਗਲਤੀ ਲੱਗੀ ਉਹਨੂੰ ਦਰੁਸਤ ਕਰੋ। ਹੁਣ ਦਰੁਸਤ ਕਰਨ ਵਾਲਾ ਕੋਈ ਨਹੀਂ ਆਇਆ। ਚੇਤੇ ਰੱਖਿਓ, ਕਿਸੇ ਵਿੱਚ ਨੁਕਸ ਕੱਢਣਾ ਬਹੁਤ ਸੌਖਾ ਹੈ, ਪਰ ਉਹਨੂੰ ਸੁਧਾਰ ਦੇਣ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਕਿਸੇ ਇੱਕ ਨੁਕਤੇ ਨੂੰ ਚੀਨੀਏ। ਉਹ ਤਸਵੀਰ ਹੈ, ਹੋ ਸਕਦਾ ਉਹਦੇ ਵਿੱਚ ਕਿਸੇ ਵੀ ਲਿਖਿਆ ਹੋਵੇ ਪਾਰੋ ਪਰਾਂ ਇਹ ਮੂਰਖ ਬੰਦਾ ਕੀ ਕਰ ਰਿਹਾ, ਲੋਕਾਂ ਦਾ ਟਾਈਮ ਵੇਸਟ ਕਰ ਰਿਹਾ। ਤੇ ਕੋਈ ਸਿਆਣਾ ਲੰਘਿਆ ਹੋਵੇ, ਉਹ ਵੇਖੇਗਾ ਮੂਰਤੀ ਨੂੰ, ਉਹ ਕਦੀ ਨਹੀਂ ਕਹੇਗਾ ਇਸ ਚਿੱਤਰ ਨੂੰ, ਇਸ ਪੇਂਟਿੰਗ ਨੂੰ ਖਤਮ ਕਰ ਦਿਓ। ਉਹ ਇਹਨਾਂ ਕਹੇਗਾ ਇਸ ਰੰਗ ਨੂੰ ਇਸ ਢੰਗ ਨਾਲ ਬਦਲ ਦਿਓ, ਮੂਰਤੀ ਹੋਰ ਵੀ ਸੋਹਣੀ ਲੱਗੇਗੀ। ਨੁਕਤਾ ਹਮੇਸ਼ਾ ਸੂਝਵਾਨ ਚੀਨਦੇ ਆ, ਨਿੰਦਿਆ ਮੂਰਖ ਤੋਂ ਮੂਰਖ ਕਰ ਲੈਂਦਾ ਹੈ। ਮੈਂ ਆਪ ਨੂੰ ਜਿਹੜੀ ਬੇਨਤੀ ਕਰ ਲੱਗਾ, ਮਹਾਰਾਜ ਨੇ ਸੰਸਾਰ ਦੇ ਗੁਣਾਂ ਦੀ ਗੱਲ ਵੀ ਕੀਤੀ। ਜਿੱਥੇ ਪ੍ਰਮਾਤਮਾ ਦੇ ਗੁਣ ਨੇ, ਉਹਦੇ ਦਿੱਤੇ ਹੋਏ ਗੁਣ ਹੀ ਤਾਂ ਮਾਨਵਤਾ ਵਿੱਚ ਨੇ ਨਾ। ਅਸੀਂ ਕਹਿੰਦੇ ਹਾਂ ਪ੍ਰਮਾਤਮਾ ਦਿਆਲੂ ਹੈ, ਤੇ ਜਦੋਂ ਕਿ ਉਹਦਾ ਬਣਾਇਆ ਹੋਇਆ ਇਨਸਾਨ ਕਿਸੇ ਦੇ ਦੁੱਖ ਨੂੰ ਵੇਖ ਕੇ ਅੱਖਾਂ ਭਰਦਾ ਹੈ, ਕਰੁਣਾ ਵਿੱਚ ਆਉਂਦਾ, ਸੱਚੀ ਮੁੱਚੀ ਰੱਬ ਦਾ ਦਿੱਤਾ ਹੋਇਆ ਗੁਣ ਹੈ। ਫਿਰ ਬੇਨਤੀ ਹੈ, ਇਹ ਸਾਰੇ ਪ੍ਰਮਾਤਮਾ ਦੇ ਦਿੱਤੇ ਹੋਏ ਗੁਣ ਨੇ। ਮੈਂ ਹਜ਼ੂਰ ਨੇ ਕਿਹਾ ਕਿ ਭਾਈ ਸੰਸਾਰ ਵਿੱਚ ਵੀ ਗੁਣਾਂ ਦੀ ਗੱਲ ਕਰਿਓ, ਔਗਣ ਨਹੀਂ। ਇਸੇ ਕਰਕੇ ਆਦਿ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਕਿ ਗੁਣਾ ਕਾ ਹੋਵੇ ਵਾਸੁਲਾ, ਕੱਢ ਵਾਸ ਲਈਜੈ। ਵਾਸੁਲਾ ਦਾ ਲਫ਼ਜ਼ੀ ਅਰਥ ਡੱਬਾ, ਸੁਗੰਧੀ ਵਾਲਾ ਡੱਬਾ। ਕਹਿੰਦੇ ਨੇ ਮੰਨ ਲਓ ਇੱਕ ਡੱਬਾ ਹੈ ਸੁਗੰਧੀ ਨਾਲ ਭਰਿਆ, ਪੈਕਿੰਗ ਹੋਇਆ ਹੈ, ਪੈਕ ਹੋਇਆ ਹੈ, ਤੇ ਬੰਦਿਆ ਤੂੰ ਉਸ ਡੱਬੇ ਦੇ ਬਾਹਰ ਨਾ ਕੇਵਲ ਵੇਖੀ ਜਾ, ਤੇ ਬਾਹਰ ਵੇਖ ਕੇ ਆਪਣੀ ਜੱਜਮੈਂਟ ਨਾ ਦੇ, ਇਹਨੂੰ ਖੋਲ ਤੇ ਇਹਦੇ ਵਿੱਚੋਂ ਸੁਗੰਧੀ ਲੈ। ਜੇ ਗੁਣਾ ਦਾ ਡੱਬਾ ਮਿਲ ਜਾਏ ਤੇ ਉਹਦੀ ਸੁਗੰਧੀ ਲਈਦੀ ਹੈ। ਗੁਣਾ ਕਾ ਹੋਵੇ ਵਾਸੁਲਾ, ਕੱਢ ਵਾਸ ਲਈਜੈ। ਜੇ ਗੁਣ ਹੋਵਣ ਸਾਜਣਾ, ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗਣ ਚੱਲੀਐ। ਵਾਹ ਵਾਹ, ਅਵਗਣ ਛੱਡ ਦੇ, ਗੁਣਾ ਦੀ ਸਾਂਝ ਕਰ। ਗੁਣਾ ਦੀ ਸਾਂਝ ਕਰਨ ਵਾਸਤੇ ਵੀ ਕਮਾਈ ਚਾਹੀਦੀ ਹੈ, ਕਿਉਂਕਿ ਔਗਣ ਨੂੰ ਇਗਨੋਰ ਕਰਨ ਵਾਸਤੇ ਕਮਾਈ ਚਾਹੀਦੀ ਹੈ। ਮਹਾਰਾਜ ਕਹਿੰਦੇ ਨੇ ਔਗਣਾਂ ਨੂੰ ਛੱਡ ਦੇ, ਗੁਣਾ ਨੂੰ ਗ੍ਰਹਿਣ ਕਰ। ਭਾਵੇਂ ਅੱਜ ਇਹ ਪ੍ਰਕਰਨ ਨਹੀਂ ਸੀ, ਮੈਂ ਲਫ਼ਜ਼ ਗੁਣ ਆਇਆ ਤੇ ਵਿੱਚੋਂ ਨਿਕਲ ਗਿਆ ਥੋੜਾ ਜਿਹਾ ਵਿਚਾਰ ਚੋਂ, ਪਰ ਇੱਕੋ ਬੇਨਤੀ ਕਰਕੇ ਕਿ ਗੁਣ ਗ੍ਰਹਿਣ ਕਰਨ ਵਾਸਤੇ ਵੀ ਮਿਹਨਤ ਚਾਹੀਦੀ ਹੈ। ਦੇਖੋ ਗੁਰੂ ਸਾਹਿਬ ਦੀ ਬਾਣੀ 'ਚ ਇੱਕ ਬਚਨ ਹੁੰਦਾ, ਕਬੀਰ ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ। ਅਵਗਣ ਆ ਰਿਹਾ ਮਾਨਸਾ, ਭਲੋ ਨਾ ਕਹਿ ਕੋਏ। ਬੜੇ ਸੌਖੇ ਅਰਥ ਨੇ ਜੀ। ਭਾਵੇਂ ਗੁਰਮੁਖ ਟੀਕਾਕਾਰਾਂ ਨੇ ਇਹਦੇ ਅਰਥ ਕੀਤੇ ਨੇ ਕਿ ਗੰਨੇ ਦਾ ਰਸ ਲੈਣ ਲਈ ਗੰਨੇ ਨੂੰ ਕਿੰਨਾ ਦੁੱਖ ਪਾਣਾ ਪੈਂਦਾ ਹੈ, ਉਹਦਾ ਰਸ ਕੱਢਣ ਲਈ, ਚੂਸਣ ਲਈ। ਪਰ ਮੈਂ ਇਹਦੇ ਅਰਥ ਇਸ ਢੰਗ ਨਾਲ ਵੀ ਬੇਨਤੀ ਕਰਨਾ ਹੁੰਨਾ, ਜਿਹੜੇ ਸੱਜਣ ਗੰਨਾ ਚੂਪ ਸਕਦੇ ਆ। ਪਤਾ ਕਿਉਂਕਿ ਗੰਨਾ ਖਾਦਾ ਨਹੀਂ ਜਾਂਦਾ, ਗੰਨਾ ਚੂਪਿਆ ਜਾਂਦਾ। ਸ਼ਹਿਰਾਂ 'ਚ ਖਾਣਾ ਹੀ ਕਹਿੰਦੇ ਹੁੰਦੇ ਆ ਵੀ ਅੱਜ ਅਸੀਂ ਗੰਨਾ ਖਾਣ ਲੱਗੇ ਆ। ਗੰਨਾ ਚੂਪਨੇ ਆਪਾਂ ਨਾ। ਮੈਨੂੰ ਯਾਦ ਹੈ ਜਦੋਂ ਇਸ ਸਾਹਮਣੇ ਸ਼ਲੋਕ ਹੁੰਦਾ, ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ। ਜਦੋਂ ਕਮਾਦ ਇਹ ਗੰਨਾ ਪੱਕ ਜਾਣਾ, ਸਾਰਾ ਦਿਨ ਗੰਨੇ ਚੂਪੀ ਜਾਣਾ, ਵੇਲਣੇ ਦੇ ਕੋਲ ਬੈਠਿਆਂ ਜਾਂ ਕਿਤੇ ਵੀ। ਤੇ ਹੋਣਾ ਕਿ ਉਹ ਗੰਨੇ ਦੀਆਂ ਜਿਹੜੀਆਂ ਤਿੱਖੀਆਂ ਛਿਲਤਰਾਂ ਸਨ, ਉਸ ਅੰਦਰ ਨੂੰ ਵੱਜਦੀਆਂ ਸਨ। ਐ ਮਸੂੜਾ ਸਾਰਾ ਛਿਲ ਦੇਣਾ। ਕਈ ਵਾਰੀ ਗੰਨਾ ਚੂਪਦਿਆਂ ਅੰਦਰੋਂ ਖੂਨ ਵੀ ਨਿਕਲ ਲੱਗ ਪੈਂਦਾ ਮਸੂੜਿਆਂ ਚੋਂ। ਪਰ ਕਦੀ ਬੰਦਾ ਚੁੱਪਣਾ ਛੱਡਦਾ ਜੀ, ਨਾਲ ਹੀ ਖੂਨ ਅੰਦਰ ਜਾਣ ਦਿੰਦਾ। ਮੈਂ ਤਾਂ ਬੇਨਤੀ ਕੀਤੀ, ਗੁਣ ਲੈਣ ਵਾਸਤੇ ਵੀ ਕਈ ਵਾਰੀ ਦੁੱਖ ਪਾਣਾ ਪੈਂਦਾ। ਹੁਣ ਉਹ ਗੰਨੇ ਦਾ ਰਸ ਚੂਈ ਜਾਂਦਾ, ਮਸੂੜੇ ਵਿੱਚ ਐ ਵੱਜਦੀਆਂ ਨੇ ਛਿਲਤਰਾਂ, ਨਾਲ ਖੂਨ ਨਿਕਲਦਾ ਹੈ। ਦਿਨੇ ਤਾਂ ਸਾਰਾ ਦਿਨ ਗੰਨਾ ਚੂਪਦਿਆ, ਰਾਤ ਨੂੰ ਰੋਟੀ ਖਾਣ ਲੱਗਾ, ਜਦੋਂ ਦਾਲ ਨਾਲ ਬੁਰਕੀ ਲਾਈ, ਐ ਮੱਚ ਉੱਠਿਆ ਪੂਰਾ ਮਸੂੜਾ। ਤੇ ਮਾਈ ਨੇ ਨਾਲ ਹੀ ਵੀ ਕਿਹਾ, ਮੋਇਆ ਕੱਲ ਨੂੰ ਗੰਨੇ ਨਾ ਚੂਪੀ। ਇਸ ਤਰ੍ਹਾਂ ਚਲੋ ਬੀਬੀਆਂ ਕਹਿੰਦੀਆਂ ਸੀ, ਹੁਣ ਤੇ ਕਿਹੜਾ ਕਿਸੇ ਨੇ ਕਹਿਣਾ ਜੀ। ਇਹ ਮੋਏ ਸ਼ਬਦ ਵਿੱਚ ਵੀ ਇੱਕ ਬੜਾ ਰਸ ਹੁੰਦਾ ਸੀ। ਅੱਜ ਤਾਂ ਸੱਚੀ ਮੁੱਚੀ ਇੱਕ ਇੱਕ ਨਿਆਣਾ ਜੀ, ਸਭ ਦਾ ਗੁੱਸਾ ਨਾ ਕਰਿਓ। ਸਾਡੇ ਹਰਿਆਣੇ 'ਚ ਗੱਲ ਕਹਿੰਦੇ ਹੁੰਦੇ ਆ, ਵਿਸ਼ਾਨੀ ਜੇ ਪੁੱਛੋ ਕਿਤਨੇ ਸ਼ੋਹਰੇ ਸੈ, ਕਿੰਨੇ ਨੇ ਨਿਆਣੇ, ਉਹ ਕਹਿੰਦਾ ਇੱਕ ਹੈ ਸ਼ੋਹਰਾ। ਉਹ ਕਹਿੰਦਾ ਇੱਕ ਸ਼ੋਹਰਾ ਨਹੀਂ, ਉਹ ਇੱਕ ਤੋਂ ਬਾਪ ਹੋਵੇ। ਜਿਹੜਾ ਇੱਕ ਨਾ ਪੁੱਤਰ ਨਹੀਂ, ਉਹਦਾ ਪਿਓ ਬਣ ਜਾਂਦਾ ਛੇਤੀ, ਪਿਓ ਦਾ ਪਿਓ ਬਣ ਜਾਂਦਾ। ਮੈਂ ਇਸ ਕਰਕੇ ਬੇਨਤੀ ਕਰਾਂਗਾ, ਰਸ ਕੋ ਗਾਂਡੋ ਚੂਸੀਐ। ਹੁਣ ਰਾਤ ਨੂੰ ਉਹ ਲੂਣ ਲੱਗਣਾ ਤੇ ਮੱਚਣਾ, ਤੇ ਸਵੇਰੇ ਕਹਿਣਾ ਨਹੀਂ ਬੇਬੇ ਮੈਂ ਸਵੇਰੇ ਨਹੀਂ ਗੰਨਾ ਚੂਪਣਾ, 8 ਵਜੇ ਫਿਰ ਦੁਬਾਰਾ ਮੂੰਹ 'ਚ ਗੰਨਾ ਪਾ ਲੈਣਾ। ਮਹਾਰਾਜ ਕਹਿੰਦੇ ਦੇਖੋ ਲੋਕੋ,
ਇੱਕ ਗੰਨੇ ਦੀ ਰਸ ਦੀ ਖਾਤਰ ਬੰਦਾ ਇੰਨਾ ਜ਼ਿਆਦਾ ਦੁੱਖ ਪਾਉਂਦਾ ਹੈ, ਛਿੱਲਿਆ ਜਾਂਦਾ ਹੈ, ਲੂਣ ਲੱਗਦਾ ਹੈ, ਫਿਰ ਵੀ ਗੰਨਾ ਨਹੀਂ ਚੂਪਣਾ ਛੱਡਦਾ। ਗੁਣ ਭਾਵੇਂ ਦੁੱਖ ਪਾ ਕੇ ਵੀ ਮਿਲੇ, ਪਰ ਗੁਣ ਕਦੀ ਛੱਡੀ ਦਾ ਨਹੀਂ ਹੁੰਦਾ। ਕਬੀਰ ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ, ਅਵਗਣ ਆ ਰਹਿ ਮਾਨਸੈ ਭਲੋ ਨਾ ਕਹਿ ਕੋਈ। ਅਵਗਣ ਵਾਲਿਆਂ ਨੂੰ ਕੋਈ ਭਲਾ ਨਹੀਂ ਕਹਿੰਦਾ। ਮਹਾਰਾਜ ਕਹਿੰਦੇ ਨੇ ਕਿ ਭਾਈ ਤੁਸੀਂ ਇੱਕ ਕੰਮ ਕਰੋ, ਪਰਮਾਤਮਾ ਦੇ ਗੁਣ ਗਾਓ। ਹੁਣ ਮੈਂ ਫਿਰ ਬੇਨਤੀ ਕਰਾਂ ਜੀ, ਕਿਹੜੇ ਗੁਣ ਗਾਈਏ? ਆ ਮੂਲ ਮੰਤਰ ਸਾਰੇ ਗੁਣ ਨੇ, ਤੇ ਇੱਕ ਓੰਕਾਰ ਹਰ ਗੁਣ ਦੇ ਨਾਲ ਲੱਗਦਾ ਹੈ। ਇੱਕ ਓੰਕਾਰ ਸਤਨਾਮ, ਇੱਕ ਓੰਕਾਰ ਕਰਤਾ ਪੁਰਖ। ਇਹ ਨਹੀਂ ਕਿ ਮੈਂ ਬਾਣੀ ਨਹੀਂ ਬਦਲ ਰਿਹਾ। ਇੱਕ ਓੰਕਾਰ ਹੀ ਸੱਚ ਹੈ, ਇੱਕ ਓੰਕਾਰ ਹੀ ਕਰਤਾ ਪੁਰਖ ਹੈ, ਇੱਕ ਓੰਕਾਰ ਹੀ ਨਿਰਭਉ ਹੈ, ਇੱਕ ਓੰਕਾਰ ਹੀ ਨਿਰਵੈਰ ਹੈ। ਜੇ ਔਗਣਾ ਨੂੰ ਚੇਤੇ ਕਰੋਗੇ, ਇੱਕ ਦਿਨ ਅੰਦਰ ਔਗਣਾ ਨਾਲ ਭਰ ਜਾਏਗਾ। ਜੇ ਗੁਣਾ ਨੂੰ ਚੇਤੇ ਕਰਾਂਗੇ, ਸੱਚੀ ਮੁੱਚੀ ਇੱਕ ਦਿਨ ਗੁਣ ਨਿਧਾਨ ਵਿੱਚ ਮਿਲ ਜਾਵਾਂਗੇ। ਇਹਨੂੰ ਫਿਰ ਥੋੜਾ ਜਿਹਾ ਬਾਣੀ ਚੋਂ ਹੋਰ ਆਪਾਂ ਲੈ ਲਈ। ਗੁਣ ਮੈਂ ਕੱਲ ਪਰਸੋਂ ਸ਼ਾਇਦ ਕਿਹਾ ਸੀ, ਜਾਪ ਸਾਹਿਬ ਜਿਹੜਾ ਕਹਿੰਦਾ ਨਾ ਰੱਬ ਦੇ ਗੁਣ ਕਿਵੇਂ ਗਾਈਏ, ਜਾਪ ਸਾਹਿਬ ਦੇ ਅੱਖਰੀ ਅਰਥ ਵੇਖ ਕੇ ਤੇ ਜਿੰਨਾ ਭਿੱਜ ਕੇ ਪੜੋਗੇ, ਇਹ ਸਾਰੇ ਮੇਰੇ ਪ੍ਰੀਤਮ ਨੇ ਰੱਬ ਦੇ ਗੁਣ ਹੀ ਦੱਸੇ ਹੋਏ ਆ। ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਪੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ। ਇਹ ਕੀ ਹੈ ਜੀ? ਸਾਰੇ ਪ੍ਰਮਾਤਮਾ ਦੇ ਗੁਣ ਨੇ। ਗੁਰਮੁਖੋ, ਗੁਰੂ ਸਾਹਿਬ ਨੇ ਕਮਾਲ ਕਰ ਦਿੱਤੀ। ਪਾਰ ਬ੍ਰਹਮ ਪਰਮੇਸ਼ਵਰ ਦੇ ਗੁਣ ਨੇ। ਆ ਸ਼ਾਇਦ ਪਰਸੋਂ ਸ਼ਬਦ ਆਇਆ ਸੀ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਇਹ ਕੀ ਹੈ ਜੀ? ਇਹ ਪ੍ਰਮਾਤਮਾ ਦੇ ਗੁਣ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਫਿਰ ਉਹਦੇ ਗੁਣਾਂ ਨੂੰ ਗਾਉਣ ਲਈ ਇਹ ਤਾਂ ਸਾਰੇ ਗੁਣ ਨੇ। ਆ ਜਾਪ ਸਾਹਿਬ ਵਿੱਚ ਕੇਸਰ 72 ਦੇਸ ਹੈ, ਕੇਸਰ 72 ਭੇਸ ਹੈ, ਕੇਸਰ 72 ਕੱਲ ਹੈ, ਕੇਸਰ 72 ਕੱਲ ਹੈ, ਪਲ ਹੈ, ਅਸੀਂ ਪੜ੍ਹਨੇ ਆ। ਇਹ ਸਾਰਾ ਜਿਹੜੇ ਗੁਣ ਨੇ, ਉਹਨੂੰ ਇੱਕ ਨਾਮ 'ਚ ਕਿਵੇਂ ਕਹੀਏ? ਉਂਝ ਤਾਂ ਗੁਣਾਂ ਤੋਂ ਬੜੇ ਨਾਮ, ਜਿਹਨੂੰ ਕੀਰਤਮ ਨਾਮ ਕਹਿੰਦੇ ਆ, ਗੁਰਬਾਣੀ ਵਿੱਚ ਬਹੁਤ ਜ਼ਿਆਦਾ ਨਾਮ ਅਵਤਾਰਾਂ ਨਾਲ ਸੰਬੰਧਿਤ ਨੇ, ਪਰ ਗੁਰੂ ਜੀ ਨੇ ਉਹਦੇ ਅਰਥ ਇੱਕ ਪਰਮਾਤਮਾ ਦੇ ਰੂਪ 'ਚ ਕੀਤੇ। ਜਿਵੇਂ ਦਮੋਦਰ, ਦਮੋਦਰ ਸ਼ਬਦ ਹੈ ਤੇ ਇਹਦਾ ਲਫ਼ਜ਼ੀ ਅਰਥ ਤਾਂ ਇਹੀ ਹੈ ਨਾ, ਜਿਹਦੇ ਪੇਟ ਦੇ ਉਦਰ ਦੇ ਦੁਆਲੇ ਤੜਾਗੀ ਹੈ, ਧਾਗਾ ਹੈ, ਦਮੋਦਰ। ਪਰ ਆਪਾਂ ਕਹਾਂਗੇ ਪਰਮਾਤਮਾ। ਸ਼ਬਦ ਹੈ ਸਾਵਲ ਸੁੰਦਰ ਰਾਮਈਆ। ਸਾਵਲੇ ਦਾ ਅਰਥ ਹੈ ਕਾਲਾ, ਕਾਲਾ ਗੁਣ ਕ੍ਰਿਸ਼ਨ ਜੀ ਦਾ। ਕ੍ਰਿਸ਼ਨ ਦਾ ਲਫ਼ਜ਼ੀ ਅਰਥ ਵੀ ਕਾਲਾ ਹੁੰਦਾ ਹੈ। ਬਾਬਾ ਜੀ ਨੇ ਕਿਹਾ ਕਾਜੀ ਕ੍ਰਿਸ਼ਨਾ ਹੁਆ, ਇਹਦਾ ਲਫ਼ਜ਼ੀ ਅਰਥ ਹੋ ਗਿਆ ਕਾਲਾ, ਪਰ ਸਾਵਲ ਹੈ, ਪਰ ਸੋਹਣਾ ਹੈ। ਮੇਰੀ ਬੇਨਤੀ ਹੈ, ਜਿਹੜੇ ਇਹ ਸਾਰੇ ਕੀਰਤਮ ਨਾਮ ਸਨ, ਗੁਰੂ ਜੀ ਨੇ ਪਰਮਾਤਮਾ ਦੇ ਗੁਣ ਦੱਸ ਕੇ ਉਹਨੂੰ ਨਿਰੂਪਣ ਕੀਤਾ। ਤੇ ਜਿਹੜਾ ਗੁਣ ਗਾਉਂਦਾ ਹੈ, ਇੱਕ ਦਿਨ ਗੁਣ ਗਾਉਂਦਿਆਂ ਗਾਉਂਦਿਆਂ ਗੁਣੀ ਨਿਧਾਨ ਦੇ ਵਿੱਚ ਮਿਲ ਜਾਂਦਾ ਹੈ। ਅੱਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤੇ ਕਿ ਭਾਈ ਉਸ ਦੇ ਗੁਣ ਗਾਓ। ਤੇ ਕਿਵੇਂ ਗਾਈਏ ਜੀ? ਸਿੱਧੀ ਗੱਲ, ਕਿਵੇਂ ਗਾਈਏ? ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਮਨਾ ਰਹੇ ਸਾਲ 'ਚ ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ, ਦੋ ਗੱਲਾਂ ਚੇਤੇ ਰੱਖੀ। ਇੱਕ ਤਾਂ ਜੇ ਤੂੰ ਗੁਣ ਨਾ ਗਾਏ ਤੇ ਤੇਰੀ ਜ਼ਿੰਦਗੀ ਵਿਅਰਥ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਸਾਰੀ ਜ਼ਿੰਦਗੀ ਅਕਾਰਥ ਚਲੀ ਗਈ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਉ ਨਾਨਕ ਭਜ ਖਰ ਮਨਾ, ਜੇ ਬਿਦ ਜਲ ਕੋ ਮੀਨ। ਬੜੇ ਸੌਖੇ ਅਰਥ ਨੇ, ਇਹਦੀ ਜ਼ਿਆਦਾ ਡਿਟੇਲ ਨਹੀਂ। ਜਿਵੇਂ ਮੱਛੀ ਪਾਣੀ ਨੂੰ ਮੁਹੱਬਤ ਕਰਦੀ ਹੈ, ਤੂੰ ਇਸੇ ਤਰ੍ਹਾਂ ਪਰਮਾਤਮਾ ਦੇ ਗੁਣ ਗਾ। ਇਹਦਾ ਮਤਲਬ ਇਹ ਵੇ ਕਿ ਮੱਛੀ ਪਾਣੀ 'ਚ ਰਹਿੰਦੀ ਨੂੰ ਕੋਈ ਤੜਫ ਨਹੀਂ, ਤੇ ਉਦੋਂ ਕਈ ਵਾਰੀ ਉਹਨੂੰ ਕਦਰ ਵੀ ਨਹੀਂ ਹੈ ਜਿਹਦੇ 'ਚ ਰਹਿੰਦੀ ਆ, ਇਹਦੀ ਕੀਮਤ ਕੀ ਹੈ। ਜਦੋਂ ਮੱਛੀ ਪਾਣੀ 'ਚੋਂ ਨਿਕਲਦੀ ਹੈ, ਜਿਉਂ ਮਛਲੀ ਬਿਨ ਪਾਣੀਆਂ ਕਿਉਂ ਜੀਵਨ ਪਾਵੇ। ਹੁਣ ਉਹ ਮੱਛੀ ਜਦੋਂ ਪਾਣੀ ਤੋਂ ਨਿਕਲਦੀ ਹੈ ਫਿਰ ਤੜਫਦੀ ਹੈ। ਮਹਾਰਾਜ ਕਹਿੰਦੇ ਤੂੰ ਇਸ ਤਰ੍ਹਾਂ ਗੁਣ ਗਾ ਕਿ ਉਹਦੇ ਗੁਣਾਂ ਤੋਂ ਬਿਨਾਂ ਤੇਰਾ ਅੰਦਰ ਤੜਫੇ, ਇੰਨੀ ਖਿੱਚ ਪੈਦਾ ਹੋਵੇ। ਪਰ ਜੇ ਨਹੀਂ ਗਾਏ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਉ ਨਾਨਕ ਭਜ ਖਰ ਮਨਾ, ਜੇ ਬਿਦ ਜਲ ਕੋ ਮੀਨ। ਫਿਰ ਇੱਥੇ ਸਵਾਲ ਖੋਤਾ ਜੀ, ਸਾਨੂੰ ਦੱਸੋ ਇੰਦਰੀਆਂ ਕਰਕੇ ਕਿਵੇਂ ਗਾਈਏ? ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਦੋ ਗੱਲਾਂ ਯਾਦ ਰੱਖ। ਇੱਕ ਆ ਜੀਭ ਜਿਹੜੀ ਮੂੰਹ ਆਲੇ 'ਚ ਪਈ ਏ, ਤੇ ਦੂਜੇ ਕੰਨ। ਇਹ ਸਾਰੇ ਅਧਿਆਤਮਕਵਾਦੀ ਕਹਿੰਦੇ ਆ ਵੀ ਆਪਣੀ ਜ਼ਬਾਨ ਦੇ ਨਾਲ ਉਹਦਾ ਨਾਮ ਜਪੋ। ਸਾਡਾ ਗੁਰਮਤਿ ਨਾਮ ਹੈ ਵਾਹਿਗੁਰੂ। ਉਂਝ ਪਰਮਾਤਮਾ ਦੇ ਬੇਅੰਤ ਨਾਮ ਨੇ,
ਤੇ ਇਸ ਗੱਲ ਨੂੰ ਵੀ ਇੱਕ ਨਾਮ ਵਾਲਾ ਰੱਬ ਦੇ ਦੂਜੇ ਨਾਮ ਤੋਂ ਨਫ਼ਰਤ ਨਾ ਕਰੇ। ਮੈਂ ਇਹ ਗੱਲ ਇਸ ਮੰਜੀ ਸਾਹਿਬ ਦੀ ਸਟੇਜ ਤੇ ਬੇਨਤੀ ਕਰਨੀ ਚਾਹਨਾ ਕਿ ਭਾਰਤ ਵਿੱਚ ਇੱਥੋਂ ਤੱਕ ਕਿ ਜਦੋਂ ਲੋਧੀਆਂ ਤੋਂ ਬਾਅਦ ਮੁਗਲ ਆਏ ਜਾਂ ਉਸ ਤੋਂ ਪਹਿਲਾਂ ਵੀ ਸਨ, ਜਿਹੜਾ ਧਰਮ ਇਸ ਨਫ਼ਰਤ 'ਚ ਪੈ ਗਿਆ ਕਿ ਜਿਹੜੇ ਮੇਰੀ ਕਿਤਾਬ ਕਹਿੰਦੀ ਹੈ ਉਹ ਹੀ ਰੱਬ ਦੇ ਨਾਮ ਨੇ, ਅੱਗੇ ਹੋਰ ਕੋਈ ਨਾਮ ਨਹੀਂ, ਤੇ ਜਿਹੜਾ ਦੂਜੇ ਨਾਮ ਨਾਲ ਪੁਕਾਰੇਗਾ ਉਹਦਾ ਸਿਰ ਲਾ ਦਿਓ। ਨਾਮਦੇਵ ਜੀ ਨਾਲ ਐਸਾ ਹੋਇਆ। ਇੱਥੋਂ ਤੱਕ ਉਹਨਾਂ ਦੇ ਹੱਥ ਬੰਨ੍ਹ ਦਿੱਤੇ ਕੜੀਆਂ ਨਾਲ, ਪੈਰਾਂ 'ਚ ਜ਼ੰਜੀਰਾਂ ਪਾ ਦਿੱਤੀਆਂ, ਨਾਲੇ ਤਸੀਹੇ ਦਿੰਦੇ ਨੇ ਤੇ ਕਹਿੰਦਾ ਬਾਦਸ਼ਾਹ ਰਾਮ ਮਤ ਬੋਲ, ਖੁਦਾ ਬੋਲ। ਅੱਜ ਇਸ ਮੁਲਕ ਵਿੱਚ ਵੀ ਇਹ ਪ੍ਰੋਬਲਮ ਹੈ। ਯਾਦ ਰੱਖਿਓ, ਮੈਂ ਇੱਕ ਬੇਨਤੀ ਕਰਨੀ ਚਾਹਨਾ, ਕਦੀ ਔਰੰਗਜ਼ੇਬ ਨੇ ਕਿਹਾ ਸੀ ਮੈਂ ਇਸ ਅਨੇਕਤਾ ਨੂੰ ਏਕਤਾ ਵਿੱਚ ਬਦਲਾਂਗਾ। ਲਫ਼ਜ਼ ਸੁਣਿਓ, ਉਹਨੇ ਕਿਹਾ ਮੈਂ ਅਨੇਕਤਾ ਨੂੰ ਏਕਤਾ ਵਿੱਚ ਬਦਲਾਂਗਾ। ਇਹਦਾ ਮਤਲਬ ਜਿਹੜੇ ਵੱਖ-ਵੱਖ ਧਰਮ ਨੇ, ਵੱਖ-ਵੱਖ ਸ਼ਬਦਾਵਲੀਏ, ਵੱਖ-ਵੱਖ ਅਕੀਦੇ ਨੇ, ਮੈਂ ਸਾਰੇ ਤੋੜ ਕੇ ਸਿਰਫ ਇਸਲਾਮ ਹੀ, ਸਿਰਫ ਅੱਲਾਹੂ ਅਕਬਰ ਹੀ, ਸਿਰਫ ਕੁਰਾਨ ਹੀ। ਯਾਦ ਰੱਖਿਓ, ਅਨੇਕਤਾ ਨੂੰ ਏਕਤਾ ਬਦਲਦਾ ਉਹਦੀਆਂ ਆਪਣੀਆਂ ਜੜ੍ਹਾਂ ਸੁੱਕ ਪਾਟੀਆਂ ਗਈਆਂ ਸਨ। ਅੱਜ ਵੀ ਜੇ ਕੋਈ ਹਾਕਿਮ ਇਹ ਗੱਲ ਕਹੇ ਕਿ ਇਸ ਮੁਲਕ ਦੀ ਅਨੇਕਤਾ ਨੂੰ ਮੈਂ ਏਕਤਾ 'ਚ ਬਦਲਾਂਗਾ, ਸਿਰਫ ਇੱਕ ਹੀ ਨਾਮ ਹੋਗਾ, ਇੱਕ ਹੀ ਅਕੀਦਾ ਹੋਗਾ, ਮੈਂ ਸੱਚ ਕਹਾਂ ਰੱਬ ਦੀ ਬਣਾਈ ਅਨੇਕਤਾ ਨੂੰ ਏਕਤਾ ਵਿੱਚ ਬਦਲਣ ਵਾਲਿਆਂ ਦੀਆਂ ਜੜ੍ਹਾਂ ਪੱਟੀਆਂ ਜਾਂਦੀਆਂ ਹੁੰਦੀਆਂ। ਰੱਬ ਨੂੰ ਇਹ ਪ੍ਰਵਾਨ ਨਹੀਂ। ਮੈਂ ਸਖਤ ਲਫ਼ਜ਼ ਵਰਤ ਲਿਆ। ਗੁਰੂ ਗ੍ਰੰਥ ਸਾਹਿਬ ਨੇ ਕਿਸੇ ਸ਼ਬਦ ਤੋਂ ਹੇਠ ਨਹੀਂ ਕੀਤੀ। ਮੈਨੂੰ ਯਾਦ ਹੈ ਪਿਛਲੇ ਦਿਨੀ ਇੱਕ ਸਾਧੂ ਨੇ ਅਲੀ ਮੌਲਾ ਕਿਹਾ, ਉਸ ਨੂੰ ਅਪਮਾਨਿਤ ਕੀਤਾ ਗਿਆ। ਕਿਉਂ? ਤੇਰੀ ਜ਼ਬਾਨ ਤੇ ਅਲੀ ਕਿਉਂ, ਮੌਲਾ ਕਿਉਂ? ਮੈਂ ਕਹਿੰਦਾ ਉਹ ਭਲਿਓ, ਆਓ ਤੁਸੀਂ ਗੁਰੂ ਰਾਮਦਾਸ ਦੇ ਦਰਬਾਰ 'ਚ ਆਓ। ਇੱਥੇ ਅੱਲਾ ਵੀ ਬੋਲਿਆ ਜਾਂਦਾ, ਇੱਥੇ ਰਾਮ ਵੀ ਬੋਲਿਆ ਜਾਂਦਾ, ਇੱਥੇ ਗੋਬਿੰਦ ਵੀ ਬੋਲਿਆ ਜਾਂਦਾ, ਇੱਥੇ ਕਰੀਮ ਵੀ ਬੋਲਿਆ ਜਾਂਦਾ, ਇੱਥੇ ਰਹੀਮ ਵੀ ਬੋਲਿਆ ਜਾਂਦਾ, ਇੱਥੇ ਗੋਬਿੰਦ ਵੀ ਬੋਲਿਆ ਜਾਂਦਾ। ਗੁਰੂ ਕਹਿੰਦਾ ਮੈਨੂੰ ਰੱਬ ਦੇ ਕਿਸੇ ਨਾਮ ਨਾਲ ਹੇਠ ਨਹੀਂ, ਪਰ ਸ਼ਰਤ ਉਹ ਨਾਮ ਇੱਕ ਓੰਕਾਰ ਨਾਲ ਜੁੜਿਆ ਹੋਵੇ। ਫਿਰ ਬੇਨਤੀ, ਕਿਸੇ ਦੇਵ ਨਾਮ ਨੂੰ ਨਹੀਂ। ਥੋੜੀ ਜਿਹੀ ਇਸ ਮੇਰੀ ਬੇਨਤੀ ਨੂੰ ਫਿਰ ਸੁਹਿਰਦਤਾ ਨਾਲ ਸੁਣਿਓ ਕਿ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ, ਤੋਕ ਹੈ ਮਹਾਰਾਜ ਜੀ ਦੀ। ਹਜ਼ੂਰ ਕਹਿੰਦੇ ਨੇ ਜਿੰਨੇ ਤੇਰੇ ਨਾਮ ਨੇ, ਕਿਉਂਕਿ ਅਸੀਂ ਲੋਕ ਮਜ਼ਾਕ ਬਣਾਉਂਦੇ ਹਾਂ। ਮੰਨ ਲਓ ਕਿਸੇ ਹਿੰਦੂ ਵੀਰ ਨੇ ਰਾਮ ਕਹਿ ਦਿੱਤਾ, ਮੁਸਲਮਾਨ ਨੇ ਇਹ ਅੱਲਾ ਕਹਿ ਦਿੱਤਾ, ਉਹ ਕਈ ਵਾਰੀ ਅਸੀਂ ਸ਼ੇਖੀ ਜੀ ਮਾਰ ਜਾਣਾ। ਸਾਡਾ ਵਾਹਿਗੁਰੂ ਆ। ਹੱਥ ਜੋੜ ਕੇ ਬੇਨਤੀ ਹੈ, ਬਾਬੇ ਦੀ ਇਹ ਤੁਕ ਚੇਤੇ ਰੱਖਿਓ। ਮਹਾਰਾਜ ਕਹਿੰਦੇ ਸਿਰ ਨਾਨਕ ਲੋਕਾਂ ਪਾਵ ਹੈ। ਗੁਰੂ ਨਾਨਕ ਸਾਹਿਬ ਜੀ, ਸਿਰ ਨਾਨਕ ਲੋਕਾਂ ਪਾਵ ਹੈ, ਉਹਨਾਂ ਲੋਕਾਂ ਦੇ ਪੈਰਾਂ ਵਿੱਚ ਮੇਰਾ ਸਿਰ ਹੈ। ਕੜੇ ਜੀ ਬਲਿਹਾਰੇ ਜਾਉ ਜੇਤੇ ਤੇਰੇ ਨਾਮ ਹੈ। ਵਾਹ ਵਾਹ, ਇਦੋਂ ਵੱਡਾ ਮੇਰਾ ਪੈਗੰਬਰ ਬੋਲ ਕੇ ਕਹਿੰਦਾ ਰੱਬ ਜੀ ਤੈਨੂੰ ਕੋਈ ਰਾਮ, ਹਾਂ ਰੱਬ ਜੀ ਯਾਦ ਰੱਖਿਓ ਇੱਕ ਓੰਕਾਰ ਸਰਵ ਵਿਆਪਕ, ਤੈਨੂੰ ਕੋਈ ਰਾਮ ਬੋਲੇ, ਤੈਨੂੰ ਗੋਬਿੰਦ ਬੋਲੇ, ਤੈਨੂੰ ਕੋਈ ਗੌਡ ਕਹੇ, ਤੇਰੇ ਲਈ ਕੋਈ ਯਹੋਵਾ ਸ਼ਬਦ ਵਰਤੇ, ਮੈਂ ਸਭ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦੇਣਾ। ਜਿੰਨੇ ਰੱਬ ਦੇ ਨਾਮ ਨੇ ਮੈਂ ਸਾਰਿਆਂ ਨਾਮਾਂ ਤੋਂ ਕੁਰਬਾਨ ਜਾਣਾ। ਇੱਥੇ ਕੋਈ ਨਫ਼ਰਤ ਹੈ? ਸਿੱਖੀ ਕਿਸੇ ਇੱਕ ਘਰਾਣੇ ਦੀ ਨਹੀਂ, ਸਿੱਖੀ ਇੱਕ ਕਮਿਊਨਿਟੀ ਨਹੀਂ। ਫਿਰ ਮੇਰੀ ਬੇਨਤੀ ਸੁਣਿਓ, ਜੇ ਕੋਈ ਕਹੇ ਬਸ ਇਸ ਕਮਿਊਨਿਟੀ ਤੱਕ ਸਿੱਖੀ ਸੀਮਤ ਹੈ, ਇੱਥੇ ਹਰ ਬੰਦਾ ਇਸੇ ਜਨਮ ਵਿੱਚ ਆ ਸਕਦਾ। ਇੱਕ ਵਾਰੀ ਕੋਈ ਸੱਜਣ, ਯਾਦ ਨਹੀਂ ਵੀ ਇੱਕ ਕਵੀ ਦਰਬਾਰ ਸੀ, ਉਹ ਸੱਜਣ ਮੁਸਲਮਾਨ ਵੀਰ ਸੀ। ਉਹਨੇ ਕਹਿ ਦਿੱਤਾ ਜੇ ਰੱਬ ਨੇ ਅਗਲਾ ਜਨਮ ਦਿੱਤਾ ਤੇ ਮੈਂ ਸਿੱਖ ਬਣੇਗਾ, ਮੈਂ ਸਿੰਘ ਸਜਾਂਗਾ। ਸੈਕਟਰੀ ਬੜਾ ਸਿਆਣਾ ਸੀ, ਉਹਨੇ ਉਦੋਂ ਬਾਅਦ ਕਹਿ ਦਿੱਤਾ ਅਗਲੇ ਜਨਮ ਦੀ ਗੱਲ ਛੱਡੋ, ਸਾਡੇ ਚ ਅੱਜ ਹੀ ਪ੍ਰਵਾਨ ਹੈ, ਸਵੇਰੇ ਅੰਮ੍ਰਿਤ ਸੰਚਾਰੇ ਕਕਾਰ ਪਾ ਕੇ ਅੰਮ੍ਰਿਤ ਛਕੋ, ਇਸੇ ਜਨਮ ਜੀ ਸਿੱਖ ਬਣ ਜਾਓ। ਮੈਂ ਆਪ ਨੂੰ ਬੇਨਤੀ ਕਰਾਂਗਾ ਗੁਰਮੁਖੋ, ਇਹ ਨਹੀਂ ਕਿ ਸਿੱਖੀ ਦਾ ਇੰਨਾ ਖੁੱਲਾਪਣ ਜਿਹਨੂੰ ਸਾਡੇ ਲੋਕ ਕਹਿੰਦੇ ਬੜੀ ਕੱਟੜਤਾਈ ਜੀ, ਜੇ ਗੁਰੂ ਸਾਹਿਬ ਕੇਸ ਨਾ ਕਹਿੰਦੇ, ਜੇ ਕੜਾ ਨਾ ਕਹਿੰਦੇ, ਜੇ ਆ ਨਾ ਕਹਿੰਦੇ, ਉਹ ਗੁਰਮੁਖੋ ਜੇ ਇਹੀ ਗੁਰੂ ਗੋਬਿੰਦ ਸਿੰਘ ਕਹਿ ਦਿੰਦੇ ਵੀ ਚਲੋ ਮੈਂ ਆਨੰਦਪੁਰ ਨਹੀਂ ਛੱਡਦਾ, ਤੁਹਾਡੀ ਮੈਂ ਗੱਲ ਮੰਨ ਲੈਣਾ। ਅੱਜ ਕੱਲ੍ਹ ਦੇ ਪੜ੍ਹਿਆਂ ਨੇ ਕਹਿਣਾ, ਕਹਿੰਦੇ ਆ ਵੀ ਕਿਉਂ ਛੱਡਿਆ ਆਨੰਦਪੁਰ। ਮੈਂ ਫਿਰ ਬੇਨਤੀ ਕਰਾਂਗਾ, ਗੁਰੂ ਜਿਹੜਾ ਹੈ
वो खेट नहीं करता नाम तो। फिर अर्ज कह महाराज जी ने कहा जितने भी तेरे नाम ने मैं नामा तो कुर्बान जाना वा। नामदेव ਨੂੰ इस करके तसीहे दिते तो राम छड़ ते खुदा बोल। उन्हें कहा मैं मर जाऊंगा पर बोलांगा राम ही। रुदन करे नामे की माए छोड़ राम की ना भजै खुदाए। अगों नामदेव कहंदा ना हूं तेरा पुंगड़ा ना तू मेरी माए। पिंड परै तो खर गुण गाए पावों बेड़ी खाथों ताल नामा गावे गुण गोपाल। जिदन अपनी मौत आया उदन सारे कुरान दे नाम किन्ने वरत गए। लफ्ज़ सुनियो एदा मतलब कि नामदेव फिरका प्रस्ते बादशाह फिरका प्रस्ते। वो कह रहे खुदा मत बोल राम बोल। ते नामदेव कहंदा जे तेरे प्रभाव नूं कबूल के मैं खुदा बोलिया ते फिर भगत दी डेफिनेशन की सिर ला देंगा बोलांगा मैं राम ही। पर उन्होंने खुदा लफ्ज नाल बिल्कुल नफरत नहीं नामदेव जी नूं। नामदेव अपनी मौत च आके कहंदा बाबा जी कहंदे मैं अंधले की टेक तेरा नाम खुंदकारा मैं गरीब मैं मस्कीन तेरा नाम है अधारा करीमा रहीमा अल्लाह तू गनी। ये सारे इस्लामिक नाम ने उन्हें हेट नहीं की पर धक्के ना कोई हुण इत्थे थोड़ा जिहा फर्क है जी। आ वड्डे पदवियां वाले नूं जे कोई आम ग्रंथी रागी भाई बाणी पढ़न वाला ना किते जाए हाजरी ना भरे वो नाल ही फीता रूहानियत दे। ये बंदा बड़ा हंकारी जे ते जो दे गोडे करो शाम नूं तुसीं निमरता दे पुंज बन जाना। ये समस्या है। बंदगी करने वाला जड़ा अपनी मौज बोलेगा करीमा रहीमा अल्लाह तू गनी हाजरा हजूर दर पेश तू मनी। मैं अर्ज करा सारे रब दे गुण ने। मेरा गुरु तेग बहादुर कहंदा दो काम कर मैं विषय तो दूर ना जावां। मूँह नाल वाहिगुरू बोल कन्ना नाल सुन। जदों नाम जपना शुरुआत यही है जबान बोले ते कन सुन। ये दो गल्लां दा अभ्यास तू करी जा ते महाराज जी दा फल की मिलेगा। कहंदे मैं तेनू लिख के दे जाना कदी जमा दे घर नूं नहीं जाएगा। गुण गाओ दे श्लोक के महाराज जी दा जेवा गुण गोबिंद भजो गुण गावो। महाराज जी कह रहे जेवा गुण गोबिंद भजो करन सुनो हर नाम कहो नानक सुन रे मना परै ना जम कहता हम। ओदे गुण गा। हजूर कहने उस परमात्मा दे गुण गाओ जेड़ा अविनाशी है। फिर ओदे गुणां दी खासियत एवे एक काम नूं ते दूजे क्रोध नूं। ये है जहर ही पर इहदे तो बिना सरदा भी नहीं। आ दवाई बनाने वाली जहर वरदे आ ना जहर वरतन लई भी मसाला चाहिदा है। फिर बेनती सप दा जहर लै लै कोई संखिया लै लै ਉਹਦੇ ਵਿੱਚ ਜੜੀਆਂ ਬੂਟੀਆਂ ਪਾ ਕੇ ਉਹਨੂੰ ਮਾਰ ਕੇ ਕੁਸ਼ਤਾ ਬਣਾ ਕੇ ਗੋਲੀਆਂ ਬਣਾ ਦਿੰਦਾ। ਕਾਮ ਤੋਂ ਬਿਨਾ ਵਿਕਾਸ ਨਹੀਂ ਹੋਣਾ। ਕ੍ਰੋਧ ਵੀ ਇੱਕ ਤਾਕਤ ਹੈ ਜਿਹੜੀ ਵੀਰ ਰਸ ਵਿੱਚ ਬਦਲਦੀ ਏ। ਪਰ ਚੇਤੇ ਰੱਖੀ ਗੁਰੂ ਦੇ ਸ਼ਬਦ ਦਾ ਮਸਾਲਾ ਬਣਾ ਦੇ ਇਹ ਜ਼ਹਿਰ ਦਵਾਈ ਬਣ ਜਾਏਗਾ। ਪਰ ਕਾਮ ਕ੍ਰੋਧ ਇਹਨਾਂ ਦੋਨਾਂ ਨੂੰ ਮੈਂ ਫਿਰ ਅਰਜ਼ ਕਰਾਂਗਾ ਕਾਮਕ ਵਾਸ਼ਨਾ ਤੇ ਕ੍ਰੋਧ ਇਹ ਜ਼ਹਿਰ ਸਾੜ ਦੇਗਾ। ਫਰਕ ਜੇ ਇੱਥੇ ਸ਼ਬਦ ਵਰਤਿਆ ਬਿਖ ਜ਼ਹਿਰ। मैं एक बार अर्ज की सी कि आम तौर पर ਜ਼ਹਿਰ किसी भांडे विच पिया होवे ते भांडे ते असर नहीं करता। मान लो कौली च जां किसी बर्तन च पा लो गिलास ਜ਼ਹਿਰ पिया होवे की करूगा प्यार है जेड़ा पींदा है ओदे ते असर करता है। ਜ਼ਹਿਰ नूं चेते कीतियां भी ਜ਼ਹਿਰ असर नहीं करता ना जी गुरमुखो। पर आ जेड़ा ਜ਼ਹਿਰ है ना काम ते क्रोध ये इस भांडे विच पिया होया भी भांडे नूं मार जांदा है। उंज ज़ाहिर बाहर पिया होया भांडे ते की असर करेगा पर जदों इस भांडे विच पैंदा है इस भांडे विच पिया होया काम ते क्रोध। पर जदों कोई बंदगी करदा मैं फिर देना हाल दवाई वो गुरसिखो किते 24-30 दिनां च एक दिन इहदी परिक्रमा विच जां घर बैठ के सुबह तो शाम तक निरंतर अपने गुरु दा दिता होया आप ने बनाओ। तुसी फिर 24 घंटिया बाद पुछो मन दे फुरने कित्थे पए होया। गल्लां नाल तां सारे सार देंगे। महाराज कहते उस दे गुण गाओ ते गुरु तेग बहादुर कहते बिख्या बिख ज्यों विसार। बस इस ਜ਼ਹਿਰ नूं छड्ड दे तू
ਕਾਮ ਤੇ ਕ੍ਰੋਧ ਦਾ ਇਹ ਜ਼ਹਿਰ ਸੜ ਜਾਏਗਾ। ਮਹਾ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਦਾਰੇ। ਜਿਹੜਾ ਅਤ ਬਿਖਮਕ ਹੈ, ਬਹੁਤ ਔਖਾ ਹੈ ਇਹ ਅੱਗ ਦਾ ਸਮੁੰਦਰ, ਬੜਾ ਔਖਾ ਜੇ ਪਿਆਰਿਓ। ਤਿਤ ਸਰਵਰੜ ਹੈ ਭਈਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ। ਇਸ ਤੋਂ ਤੂੰ ਤਰ ਸਕਣਾ ਹੈ ਜੇ ਸਾਧੂ ਸੰਗਤ ਵੀ ਜਾਏਗਾ। ਪੂਰੇ ਗੁਰ ਮਿਟਿਓ ਭਰਮ ਅੰਧੇਰਾ। ਅੱਗੇ ਹੁਣ ਰਹਾਉ ਦੀਆਂ ਤੁਕਾਂ ਨੇ, ਪੂਰੇ ਸਤ ਗੁਰਾਂ ਨੇ। ਇਹਦਾ ਮੈਂ ਚਲੋ ਸਤਿਗੁਰਾਂ ਸ਼ਬਦ ਵਰਤੇ ਤੇ ਗੋਰੀ ਆਇਆ ਹੈ ਨਾ। ਪੂਰੇ ਗੁਰੂ ਜੀ ਨੇ ਅੰਦਰ ਦਾ ਭਰਮ ਤੇ ਹਨੇਰਾ ਚੁੱਕ ਦਿੱਤਾ ਜੀ। ਭਰਮ ਦਾ ਵੈਸੇ ਤਾਂ ਵਿਦਾਤ ਅਨੁਸਾਰ ਭਰਮ ਕਈ ਤਰ੍ਹਾਂ ਦਾ ਹੈ, ਪਰ ਗੁਰਬਾਣੀ ਵਿੱਚ ਨਾ ਜੀ ਭਰਮ ਦੀ ਸਿੱਧੀ ਪਰਿਭਾਸ਼ਾ ਇਹ ਵੇ ਕਿ ਜਿਹਦੇ ਬਾਰੇ ਸੋਚਣਾ ਤੇ ਸਮਝਣਾ ਕੁਝ ਹੋਰ ਹੋਵੇ ਤੇ ਨੇੜੇ ਜਾਈਏ ਤੇ ਅਸਲੀਅਤ ਕੁਝ ਹੋਰ ਨਿਕਲੇ। ਸਿੱਧੀ ਗੱਲ ਜੀ। ਅਸੀਂ ਵਿਦਾਂਤ ਵਾਲੇ ਅਰਥ ਨਹੀਂ ਮੈਂ ਕਰ ਰਿਹਾ ਵੀ ਕਿੰਨੀ ਤਰ੍ਹਾਂ ਦਾ ਭਰਮ। ਬਾਬਾ ਜੀ ਨੇ ਗੱਲ ਮੁਕਾ ਦਿੱਤੀ। ਮਾਧਵੇ ਕਿਆ ਕਹੀਏ ਭਰਮ ਐਸਾ, ਕੀ ਕਹਾ ਐ ਹੈ ਭਰਮ ਜੈਸਾ ਮਾਨੀਐ ਹੋਏ ਨਾ ਤੈਸਾ। ਜੋ ਕੁਝ ਮੈਂ ਮੰਨਿਆ ਪਰ ਵੈਸਾ ਨਹੀਂ। ਸੜਕ ਤੇ ਪਾਣੀ ਤੁਰਿਆ ਆ ਰਿਹਾ, ਜੇਠ ਦਾ ਮਹੀਨਾ ਤੇ ਇੰਜ ਲੱਗਦਾ ਵੀ ਸਾਹਮਣੇ ਉਹ ਪਾਣੀ ਦੀਆਂ ਛੱਲਾਂ ਨੇ। ਜੈਸਾ ਮਾਨੀਐ ਪਰ ਉਹ ਪਾਣੀ ਨਹੀਂ, ਉਹ ਧਰਤੀ ਦੇ ਵਿੱਚੋਂ ਅੱਗ ਨਿਕਲਦੀ ਹੈ। ਵੈਸਾ ਨਹੀਂ ਜੈਸਾ ਮੈਂ ਦੇਖਿਆ ਹੈ, ਜੈਸਾ ਸੋਚਿਆ। ਜਿਹੜਾ ਭਰਮ ਸੀ, ਆ ਪਰਿਵਾਰ ਮੇਰਾ, ਸਰੀਰ ਮੇਰਾ, ਆ ਕੁਝ, ਗੁਰੂ ਨੇ ਭਰਮ ਨੂੰ ਚੁੱਕ ਦਿੱਤਾ। ਅੰਦਰ ਦਾ ਹਨੇਰਾ ਇਹਨੂੰ ਵੀ ਦੂਰ ਕਰ ਦਿੱਤਾ। ਮੈਂ ਫਿਰ ਅਰਜ਼ ਕਰਾਂ, ਅੱਜ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਭਾਵੇਂ ਗੁਰੂ ਸਵਾਰਿਆਂ ਨੇ ਮੈਨੂੰ ਉੱਤੇ ਬੈਠੇ ਹੀ ਦੱਸਿਆ ਵੀ ਅੱਜ ਬਾਬਾ ਜੀ ਦਾ ਜਨਮ ਦਿਨ ਵੀ ਹੈ, ਕਿਉਂਕਿ ਕਈ ਵਾਰੀ ਜ਼ਿਹਨ ਨਹੀਂ ਹੁੰਦਾ। ਚਲੋ, ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਕੱਥੂ ਨੰਗਲ ਹੋਇਆ ਹੈ। ਬਾਬਾ ਸੁਗਾ ਰੰਧਾਵਾ ਜੀ, ਉਹਨਾਂ ਦੇ ਗ੍ਰਹਿ ਵਿਖੇ ਬਾਬਾ ਬੁੱਢਾ ਸਾਹਿਬ ਦਾ ਜਨਮ ਹੋਇਆ। ਉਹਨਾਂ ਨੇ ਮਾਪਿਆਂ ਨੇ ਨਾਮ ਬੂੜਾ ਰੱਖਿਆ, ਬੁੱਢਾ ਨਹੀਂ, ਬੂੜਾ ਰੱਖਿਆ। ਮੈਂ ਸੰਨ ਦੀ ਥੋੜਾ ਗੱਲ, ਸੰਨ ਜਿਹੜਾ ਹੈ 1506 ਨੂੰ ਬਾਬਾ ਬੁੱਢਾ ਸਾਹਿਬ ਦਾ ਜਨਮ ਹੋਇਆ। ਥੋੜਾ ਜਿਹਾ ਸੰਖੇਪ ਜੀ ਮੈਂ ਬੇਨਤੀ ਕਰਾਂਗਾ। ਬਾਬਾ ਸੁਗਾ ਰੰਧਾਵਾ ਜੀ ਦੇ ਘਰ ਇਹਨਾਂ ਦਾ ਜਨਮ ਹੋਇਆ ਤੇ ਮਾਪਿਆਂ ਨੇ ਨਾਮ ਇਹਨਾਂ ਦਾ ਬੂੜਾ ਰੱਖਿਆ। ਭਾਈ ਗੁਰਦਾਸ ਸਾਹਿਬ ਨੇ ਦੋ ਰੰਧਾਵਿਆਂ ਦਾ ਜ਼ਿਕਰ ਕੀਤਾ ਆਪਣੀ ਰਚਨਾ 'ਚ, ਇੱਕ ਅਜਿੱਤਾ ਰੰਧਾਵਾ ਤੇ ਦੂਸਰੇ ਬਾਬਾ ਬੁੱਢਾ ਜੀ। ਅਜਿੱਤਾ ਜੀ ਦਾ ਇੱਕੋ ਨਾਮ ਵਰਤਿਆ ਤੇ ਬਾਬਾ ਜੀ ਦਾ ਮਾਪਿਆਂ ਵੱਲੋਂ ਰੱਖਾ ਨਾਮ ਵੀ ਵਰਤਿਆ ਤੇ ਜੋ ਗੁਰੂ ਨੇ ਨਾਮ ਦਿੱਤਾ ਉਹ ਵੀ ਵਰਤਿਆ। ਉਹ ਤੋਕ ਹੈ ਅਜਿੱਤਾ ਰੰਧਾਵਾ ਭਲਾ ਹੈ, ਬੂੜਾ ਬੁੱਢਾ ਇੱਕ ਮਨ ਧਿਆਵੈ। ਫਿਰ ਬੇਨਤੀ, ਬੂੜਾ ਮਾਪਿਆਂ ਨੇ ਨਾਂ ਰੱਖਿਆ ਤੇ ਬੁੱਢਾ ਸ਼ਬਦ ਨਾਮ ਗੁਰੂ ਨਾਨਕ ਸਾਹਿਬ ਨੇ ਦਿੱਤਾ। ਬੂੜਾ ਬੁੱਢਾ ਇੱਕ ਮਨ ਧਿਆਵੈ। ਅਜਿੱਤਾ ਭਲਾ ਹੈ ਤੇ ਭਾਈ ਬੂੜਾ ਜਿਹਨੂੰ ਭਾਈ ਬਿਰਧ ਬਣਾ ਦਿੱਤਾ, ਬਾਬਾ ਬੁੱਢਾ ਜੀ ਬਣਾ ਦਿੱਤਾ। ਇਹ ਇੱਕ ਮਨ ਹੋ ਕੇ ਕਰਤਾਰ ਦੀ ਬੰਦਗੀ ਕਰਦਾ ਹੈ। ਸਿਰਫ ਭਾਈ ਸਾਹਿਬ ਦੀ ਰਚਨਾ ਵਿੱਚ ਸਿੱਖਾਂ ਦੀ ਜਿਹੜੀ ਨਾਮਾਵਲੀ ਹੈ, ਗੁਰੂ ਨਾਨਕ ਸਾਹਿਬ ਦੇ ਸਿੱਖਾਂ ਵਿੱਚ ਗਿਣਤੀ ਕੀਤੀ ਇਹਨਾਂ ਦੀ ਸਿਰਫ ਅੱਧੀ ਤੁਕ ਦਿੱਤੀ ਹੈ ਜੀ। ਬੂੜਾ ਬੁੱਢਾ ਇੱਕ ਮਨ ਧਿਆਵੈ। ਜਨਮ ਇਹਨਾਂ ਦਾ ਕੱਥੂ ਨੰਗਲ ਹੋਇਆ। ਜਿੱਥੇ ਅੱਜ ਕੱਲ੍ਹ ਰਮਦਾਸ ਗਏ, ਪੱਖੋ ਕੇ ਰੰਧਾਵੇ ਜਿਹੜਾ ਸੀ ਉਹ ਤਾਂ ਰਾਵੀ ਵਿੱਚ ਵਹਿ ਗਿਆ। ਕਿਹਾ ਜਾਂਦਾ ਹੈ ਹਜ਼ੂਰ ਗੁਰੂ ਨਾਨਕ ਸਾਹਿਬ ਕਰਤਾਰਪੁਰ ਤੋਂ ਇੱਧਰ ਆਏ, ਭਾਈ ਬਾਲਾ ਜੀ ਨਾਲ ਸਨ। ਮੇਰੀ ਫਿਰ ਬੇਨਤੀ ਹੈ, ਇੱਥੇ ਮਹਾਰਾਜ ਜਦੋਂ ਆਉਂਦੇ ਆ, ਕਈ ਸੱਜਣ ਕੇਵਲ ਭਾਈ ਮਰਦਾਨਾ ਜੀ ਦਾ ਜ਼ਿਕਰ ਕਰਦੇ ਆ ਤੇ ਜੇ ਕਿਸੇ ਨੂੰ ਇਤਰਾਜ਼ ਹੋਵੇ ਭਾਈ ਬਾਲੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਦੇਖ ਲਿਓ। ਕਿਉਂਕਿ ਇੱਕ ਦਿਨ ਮੈਂ ਬੋਲਿਆ, ਕਿਸੇ ਨੇ ਕਿਹਾ ਸਿੱਧ ਕਰੋ ਜੀ, ਕਿੱਥੇ ਹੋਏ? ਸਿੱਧ ਵੈਸੇ ਹੁੰਦਾ ਨਹੀਂ, ਪਰ ਮੈਂ ਦਰਖਾਸਤ ਕਰਾਂਗਾ ਭਾਈ ਕਾਹਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼, ਉਹਦੇ ਵਿੱਚੋਂ ਬਾਲਾ ਸੰਧੂ ਪੜ੍ਹ ਲਿਓ ਕਿੱਥੇ ਹੋਇਆ ਤੇ ਕਿੱਥੇ ਚਲਾਣਾ ਕੀਤਾ। ਮੈਂ ਇਸ ਡੀਟੇਲ 'ਚ ਨਹੀਂ ਜਾਣਾ। ਹੁਣ ਉੱਥੇ ਮਹਾਰਾਜ ਮਿਲਦੇ ਆ। 12 ਸਾਲ ਦੀ 1506 ਨੂੰ ਜਨਮ ਹੋਇਆ ਤੇ ਸਨ 1518 ਨੂੰ ਗੁਰੂ ਨਾਨਕ ਸਾਹਿਬ ਨਾਲ ਮਿਲਾਪ ਹੋਇਆ। ਇਹ ਮੱਝਾਂ ਚਾਰਦੇ ਪਏ ਸਨ, ਕਈਆਂ ਨੇ ਬੱਕਰੀਆਂ ਚਾਰਦੇ ਆ ਵੀ ਚਲੋ ਕਿਹਾ ਇਹ ਚਲੋ ਆਪਣੀ ਗੱਲ ਇੰਨੀ ਚ ਸਮੇਟੀ ਵੀ ਚਾਰ ਰਹੇ ਸਨ ਮੱਝਾਂ ਗਾਵਾਂ। ਹਜ਼ੂਰ ਦੇ ਦਰਸ਼ਨ ਕੀਤੇ।
ਤੇ ਅੰਦਰ ਚੇਟਕ ਲੱਗ ਗਈ, ਚਲੇ ਗਏ ਘਰ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਬਾਲਾ ਜੀ ਪੁੱਛਦੇ ਨੇ, ਬੱਚਾ ਆਇਆ ਤੁਰ ਗਿਆ, ਕਹਿਣ ਲੱਗੇ ਚਿੰਗ ਲਾ ਦਿੱਤੀ, ਹੁਣ ਘਰ ਨਹੀਂ ਬੈਠਦਾ। ਦੂਜੇ ਦਿਨ ਉਹ ਦੁੱਧ ਲੈ ਕੇ ਆ ਗਏ, ਮਹਾਰਾਜ ਜੀ ਦੀ ਸੇਵਾ ਚ ਆਏ। ਮੈਂ ਆਪ ਨੂੰ ਬੇਨਤੀ ਕਰਾਂ, ਭਾਈ ਮਨੀ ਸਿੰਘ ਨੇ ਸਿੱਖਾਂ ਦੀ ਭਗਤ ਮਾਲ, ਇਹ ਜਿਹੜਾ ਮੈਂ ਕਹਿ ਰਿਹਾ ਇਹ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹੈ, ਭਾਈ ਬਾਲੇ ਵਾਲੀ ਜਨਮ ਸਾਖੀ 'ਚ ਭਾਈ ਮਨੀ ਸਿੰਘ ਨੇ ਉਹਨਾਂ ਬਾਰੇ ਲਿਖਿਆ ਸਿੱਖਾਂ ਦੀ ਭਗਤ ਮਾਲ ਵਿੱਚ ਕਿ ਇਹ ਮੱਝਾਂ ਚਾਰ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਆਏ, ਕੀਰਤਨ ਹੋਇਆ, ਕੀਰਤਨ ਸੁਣਿਓ ਨੇ, ਤੇ ਇਹਨਾਂ ਨੇ ਕਿਹਾ ਬਾਬਾ ਜੀ ਬੱਚਾ 12 ਸਾਲ ਦਾ, ਕਹਿੰਦਾ ਬਾਬਾ ਜੀ ਮੌਤ ਦਾ ਭੈ ਮੁੱਕ ਸਕਦਾ ਹੈ? ਪਹਿਲਾ ਸਵਾਲ, ਜਨਮ ਮਰਨ ਕਿਵੇਂ ਕੱਟਿਆ ਜਾ ਸਕਦਾ ਹੈ? ਇਹ ਮਾਇਆ ਦੇ ਮੋਹ ਤੋਂ ਮਮਤਾ ਤੋਂ ਕਿਵੇਂ ਬਚ ਸਕਨੇ ਆ? ਮਹਾਰਾਜ ਹੱਸ ਪਏ, ਕਹਿਣ ਲੱਗੇ ਤੇਰੀ ਉਮਰ ਕਿੰਨੀ? ਕਹਿੰਦਾ 12 ਸਾਲ ਦਾ, 11-12 ਸਾਲ ਸੀ ਇੰਨੇ ਦਾ। ਕਹਿਣ ਲੱਗੇ ਤੈਨੂੰ ਇਹ ਕਿੱਥੋਂ ਲੱਗ ਗਈ ਚੇਟਕ ਵੀ ਜਨਮ ਮਰਨ ਕਿਵੇਂ ਕੱਟਿਆ ਜਾਏ, ਮੌਤ ਕਿਵੇਂ? ਹਜ਼ੂਰ ਨੂੰ ਕਹਿੰਦਾ ਜ਼ਿਮੀਂਦਾਰਾਂ ਦਾ ਪੁੱਤਰ, ਇਹਨੂੰ ਕਮਿਊਨਿਟੀ ਨਾਲ ਨਾ ਜੋੜਿਓ, ਖੇਤੀ ਕਰਨਾ ਵਾ। ਤੇ ਵੇਖੋ ਕਿਸਾਨ ਦੀ ਬੜੀ ਵੱਡੀ ਗੱਲ ਹੈ। ਤੇ ਅੱਜ ਤੁਸੀਂ ਦੇਖਦੇ ਹੋ ਕਿੰਨਾ ਸਮਾਂ ਹੋ ਗਿਆ, ਕਿਸਾਨ ਜਿਹੜੇ ਨੇ ਸੱਚੀ ਉਹ ਮਰ ਵੀ ਰਹੇ ਨੇ, ਸਭ ਕੁਝ ਘਰ ਦਾ ਛੱਡ ਕੇ ਉਹ ਬੈਠੇ ਹੋਏ ਨੇ। ਤੇ ਮੈਂ ਇਹ ਦਰਖਾਸਤ ਕਰਾਂਗਾ, ਅੱਜ ਸਭ ਤੋਂ ਵੱਡੀ ਲੋੜ ਹੈ ਉਹਨਾਂ ਲਈ ਅਰਦਾਸ ਕਰੋ, ਰੱਬ ਇਹਨਾਂ ਵਿੱਚ ਪਾਟੋ ਤਾੜ ਨਾ ਪਾਵੇ। ਤੇ ਜੁੱਦੀ ਅਰਦਾਸ ਕਰੋ, ਰੱਬ ਜੀ ਹਕੂਮਤ ਨੂੰ ਸਬੁੱਧੀ ਦਿਓ। ਦੇਖੋ ਇਹ ਤਾਂ ਹਰ ਬੰਦੇ ਦਾ ਰਾਈਟ ਹੈ, ਸਬੁੱਧੀ ਦਿਓ, ਕਿਉਂਕਿ ਪਤਾ ਨਹੀਂ ਕਈ ਵਾਰੀ ਕਿਸੇ ਦਰਦਮੰਦ ਦੀ ਆਹ ਸਭ ਕੁਝ ਤਬਾਹ ਕਰਕੇ ਚਲੀ ਜਾਂਦੀ ਹੈ। ਬਾਬਾ ਜੀ ਨੇ ਕਿਹਾ ਖੇਤੀ ਕਰਨੇ ਆ। ਮਹਾਰਾਜ ਹਾਕਮਾਂ ਦੇ ਘੋੜੇ ਆਏ, ਕੁਝ ਫਸਲ ਜ਼ਮੀਨ ਚੋਂ ਨਿਕਲਦੀ ਪਈ ਸੀ, ਖਰੀ ਅੰਕੁਰ ਸੀ, ਉਹਨੂੰ ਪੈਰਾਂ ਨਾਲ, ਘੋੜਿਆਂ ਦੇ ਖੁਰਾਂ ਨਾਲ, ਟਾਪਾਂ ਨਾਲ ਉਹਨੂੰ ਮਿੱਧ ਦਿੱਤਾ। ਜਿਹੜੀ ਡੱਡਰੀ ਸੀ, ਭਾਈ ਮਨੀ ਸਿੰਘ ਕਹਿੰਦੇ ਆ, ਜਿਹੜੀ ਡੱਡਰੀ ਸੀ ਉਹ ਉਜਾੜ ਦਿੱਤੀ, ਘੋੜੇ ਖਾ ਗਏ, ਤੇ ਜਿਹੜੀ ਪੱਕੀ ਸੀ ਵੱਢ ਕੇ ਲੈ ਗਏ। ਕਹਿੰਦੇ ਮੇਰੇ ਮਨ 'ਚ ਉਦਣ ਆਇਆ, ਇਹ ਤਾਕਤ ਵਾਲਿਆਂ ਦੇ ਘੋੜੇ ਆਏ, ਕੱਚੀ ਪੱਕੀ ਡੱਡਰੀ ਸਭ ਕੁਝ ਤਬਾਹ ਕਰ ਦਿੱਤਾ। ਤੇ ਮੌਤ ਵੀ ਤਾਂ ਤਾਕਤ ਵਾਲੀ ਹੈ ਨਾ, ਉਹਨੇ ਹੋ ਸਕਦਾ ਬਚਪਨ ਵਿੱਚ ਹੀ ਲੈ ਜਾਏ ਜੇ ਫਸਲ ਉਗਦੀ ਪਈ ਹੈ, ਡੱਡਰੀ ਹੈ ਜਵਾਨੀ ਵਿੱਚ ਲੈ ਜਾਏ, ਤੇ ਬੁਢੇਪੇ ਵਿੱਚ ਤਾਂ ਮੌਤ ਆਉਣੀ ਹੀ ਆਉਣੀ ਹੈ। ਬੁਢੇਪੇ ਤੋਂ ਬਾਅਦ ਮਹਾਰਾਜ ਜੀ ਨੇ ਉੱਥੇ ਕਿਹਾ ਬੱਚਾ ਉਮਰ ਤੇਰੀ ਬਾਲਾਂ ਵਾਲੀ ਹੈ ਪਰ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਨਾ। ਇਹਦੇ ਵਿੱਚ ਬੜੀ ਵੱਡੀ ਗੱਲ, ਇਹਨਾਂ ਤਾਂ ਕਹਿ ਦਿੱਤਾ ਕਿ ਉਮਰ ਤੇਰੀ ਬੱਚਿਆਂ ਵਾਲੀ ਪਰ ਗੱਲਾਂ ਬੁੱਢਿਆਂ ਵਾਲੀਆਂ। ਇਹਦਾ ਮਤਲਬ ਕੀ ਹੋ ਗਿਆ? ਹਾਲਾਂਕਿ ਭਾਈ ਮਨੀ ਸਿੰਘ ਇੰਨੀ ਗੱਲ ਕਹਿ ਕੇ ਵੀ ਬੱਚਾ ਹੈ, ਗੱਲ ਬਜ਼ੁਰਗਾਂ ਵਾਲੀ ਕੀਤੀ, ਬੁੱਢਿਆਂ ਵਾਲੀ ਕਿਉਂ ਬੁੱਢਿਆਂ ਵਾਲੀ ਕੀਤੀ? ਇਸ ਦਾ ਵੀ ਇੱਕ ਕਾਰਨ ਹੈ। ਜਿਹੜੇ ਸਿਆਣੇ ਬੁੱਢੇ ਨੇ ਨਾ, ਉਹ ਗੱਲ ਕਰਦੇ ਨੇ ਜਿਹੜੀ 12 ਸਾਲ ਦੀ ਉਮਰ ਵਿੱਚ ਭਾਈ ਬੂੜੇ ਨੇ ਕੀਤੀ। ਇਹਨੂੰ ਥੋੜਾ ਜਿਹਾ ਖੋਲਣ ਲਈ, ਬੱਚਾ ਮਾਂ ਦੀ ਉਦਰ ਵਿੱਚ ਹੈ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਉਂ-ਜਿਉਂ ਬੱਚਾ ਮਾਂ ਦੇ ਉਦਰ ਵਿੱਚ ਉਹਦਾ ਵਿਕਾਸ ਹੁੰਦਾ ਹੈ ਤੇ ਮਾਂ ਦੇ ਅੰਦਰ ਖਾਹਿਸ਼ਾਂ ਦਾ ਵਿਕਾਸ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੇ ਇਹ ਜਨਮ ਲਏਗਾ, ਮਾਂ ਸੋਚਦੀ ਪੁੱਤਰ ਹੋਵੇਗਾ, ਰੋਟੀ ਕਮਾਏਗਾ, ਜਿਉਂ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ, ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਿਲਾਸਾ। ਇਹ ਆਸ ਰੱਖਦੀ। ਕਦੀ ਦੇਖੋ ਬੱਚਾ ਜਨਮ ਲੈਂਦਾ, ਮੈਂ ਕਿਉਂ ਮਾਰੇ ਨੇ ਕਿਹਾ ਬੁੱਢਾ, ਜਿੰਨੀ ਕੁ ਸਮਝ ਪਈ, ਪਰ ਇਹ ਨਹੀਂ ਕਿ ਜਿਹੜੀ ਮੈਂ ਇਹ ਕਥਾ ਇਹਦੀ ਵਿਆਖਿਆ ਕਰ ਰਿਹਾ ਆਖਰੀ ਸੱਚੇ ਹੋਵੇ। ਜਿੰਨੀ ਕੁ ਸਮਝ ਕੇ ਕਿਉਂ ਬੁੱਢਾ ਕਿਹਾ, ਤੇ ਜਦੋਂ ਬੱਚਾ ਜਨਮ ਲੈਂਦਾ ਹੈ ਪੰਗੂੜੇ 'ਚ, ਉਸ ਤੋਂ ਬਾਅਦ ਰਿੜਨ ਲੱਗਦਾ ਹੈ ਤੇ ਬੋਲਣ ਲੱਗ ਪੈਂਦਾ, ਉਹ ਆਉਣ ਵਾਲੇ ਭਵਿੱਖ ਦੀ ਗੱਲ ਕਰਦਾ ਹੈ। ਆਪਣੇ ਪਿਓ ਦੀ ਰੀਸ ਕਰੇਗਾ, ਮੈਂ ਆਹ ਬਣਾਂਗਾ, ਮੈਂ ਆਹ ਬਣਾਂਗਾ, ਪਰ ਉਹ ਪਿਛੋਕੜ ਦੀ ਗੱਲ ਨਹੀਂ ਕਰਦਾ ਕਿਉਂਕਿ ਵਿਸਰ ਗਿਆ ਧਿਆਨ। ਜਦੋਂ ਸਕੂਲ ਜਾਂਦਾ ਫਿਰ ਵੀ ਭਵਿੱਖ ਦੀ ਗੱਲ ਕਰਦਾ। ਬਚਪਨ ਵਿੱਚ ਜਵਾਨੀ ਦੀ ਗੱਲ ਕਰ ਰਿਹਾ ਹੈ, ਜਵਾਨ ਹੋਵਾਂਗਾ ਤੇ ਆਹ ਕਰਾਂਗਾ, ਮੈਂ ਆਹ ਤਾਂ ਸਟੱਡੀ ਕਰ ਰਿਹਾ, ਇੱਥੇ ਮੈਂ ਪੱਕਾ ਇਸ ਢੰਗ ਨਾਲ ਮੈਂ ਕਿਸੇ ਤਰੀਕੇ ਨਾਲ ਇਸ ਮੁਕਾਮ ਤੇ ਪੱਕਾ ਪਹੁੰਚ ਜਾਵਾਂ। ਜਦੋਂ ਜਵਾਨੀ ਜਾਂਦਾ ਹੈ ਨਾ, ਉਦੋਂ ਕਹਿੰਦਾ ਮਾਰੋ ਹੱਲਾ, ਕਰੋ ਮਿਹਨਤ, ਬਸ ਆ 4 ਦਿਨ ਨੇ ਬੁਢੇਪੇ ਦੇ, 4 ਦਿਨ ਸੌਖੇ ਕੱਟਾਂਗੇ। ਇਸ ਤਰ੍ਹਾਂ ਨਾ ਜੀ, ਜ਼ਿਆਦਾਤਰ ਬਚਪਨ ਵਿੱਚ ਜਵਾਨੀ ਦੀ ਗੱਲ ਕਰ ਰਿਹਾ, ਭਵਿੱਖ ਦੀ। ਜਵਾਨੀ ਵਿੱਚ ਗਿਆ ਹੋਇਆ ਬੁਢੇਪੇ ਦੀ ਗੱਲ ਕਰਦਾ ਹੈ, ਤੇ ਜਦੋਂ ਬੰਦਾ ਬੁੱਢਾ ਹੋ ਜਾਂਦਾ ਹੈ
याद रखियो तकरीबन 90% बंदे मौत की गल नहीं करते, बीते दिनों दी गल्लां करते आ। इस तरह है ना जी, जदों असीं जवान हुंदे सां पूरी बोतल पी जाते, ये गल्लें करते आ बुढ़े। वाहिगुरू जी बख्श दिया जे, मैं तर्क नहीं कर रहा, ज़्यादातर सारे नहीं, वो बीते दिनों दी गल्लां करनगे, असी इस तरह असी इस तरह। पर याद रखियो गुरु ने क्या तू बच्चा है गल्लां बुढ़ियां वालियां करना है, जेड़ा सियाणा बुढ़ा है वो कहंदा लोको अगला पड़ा सिर्फ मौत है, जेड़ी गल बुढ़े नूं समझ पैनी चाहिए तेनू 12 साल दी उम्र विच समझ पैगी। सच एवे एवें बुढ़ा नहीं, उंज बुढ़ेपा तां रोग है। महाराज जी ने बाणी च क्या, बुढ़ा होवा शेख फरीद कंबन लगी दे, पर बाबा बुढ़ा नहीं कंबिया। याद रखियो वो 98 साल की उम्र च गुरु साहब ने ग्रंथी बनाया है, 98। थोड़ा जा मैं क्योंकि अज उन्हों का जन्म है। हुण बुढ़ा एक रोग है, बुढ़ा होवा शेख फरीद कंबन लगी दे, जे 100 वरियां जीवना पीतन खोसी खे। गुरु तेग बहादुर कहते ने बिरद भयो सूझे नहीं, काल पहुंचियो आन, कौ नानक नर बावरे क्यों ना भजै भगवान। भूंडी चरण बुढ़ेपा दुख है, भूंडी चरण भूंडी चाल चरण कर खिसरे, तुचा देख कुमलानी। बाबा जी ने यह बुढ़ा थोड़ा कहा भी तेरी चाल भूंडी होगी। मैं इस करके थोड़ा जा वेरवा दिता। इस बुढ़े शब्द के बड़े डूंगे अर्थ ने, इस बजुर्गी के अर्थ ने। कोई उंज फारसी विच बजुर्ग आप वड्डे नूं कहने, जिथे आप कहने भी आ बुढ़ा, इस तरह जे कोई पूछे भी पंजाबी च कहांगे ये रुख पुराना है, पर उत्थे कहणगे ये रुख बजुर्ग है, उहदा भी अर्थ हुंदा वड्डा। इत्थे सतगुरु बुढ़ेपा दुख भी कह रहे हैं। भूंडी चाल, पैरों की चाल बदल गई, गोडे घूम गए, तो अजकल तो तकरीबन सब ती ये जी खेड़ वापरी पई। चरण कर खिसरे, हाथ ते पैर जेड़े ने कंबन लग पे, ताकत गई। तुचा स्किन जिहड़ी है वो कमला गई। तुचा दे कमलानी, नेत्री तुंद, अखां च मोतिया उतर आया। करन पे बहरे, कन बोले हो गए, मनमुख नाम न जानी। अंधले क्या पाया जग आए, राम हृदय नी गुर की सेवा, चाले मूल गवाए। बुढ़ा तो यह भी है ना, गुरु साहब ने क्या तू बुढ़ा हो गए हैं। प्यारिओ ये बुढ़ा भाई नंद लाल वर्ग जो कहते आ, घर बुजुर्गी बाए दत्त कुनबंदगी, वरना आखिर मेकशी शर्मंदगी। जिंदगी नामा जे तू बुढ़ा बनना है, जे बुजुर्ग बनना है, बाबा बनना है, ते तू बंदगी कर, क्योंकि बुजुर्ग ते बाबे केवल बंदगी नाल बांधे हुंदे आ बुढ़ा बनाया। इसे करके मैं क्या उम्र 12 साल दी ते महाराज ने क्या बुढ़ा। भाई दी पदवी गुरुदेव ने दिती। फिर बेनती है, बाबा बुढ़ा शब्द वरत्या, ये शब्द क्या तू बच्चा नहीं तू बुढ़ा है। गुरमुखो वो बजुर्गी सी सिमरन विच किरपा विचों निकली हुई। बाबा जी 1518 नूं बाबे नाल जुड़े, 1631 तक उस महापुरख ने सेवा की। हुण तुसीं देख लियो, 1518 नूं मिलदे आ, 1631 नूं 6वें गुरुदेव दी झोली च उन्हां दे सवास पूरे हुंदे आ। इन्नी वड्डा समा, 113 साल, 125 साल, 1 महीना ते 4 दिन वो जिंदगी जी के गए। 4 उन्हां दे पुत्र सन, भाई भिखारी जी, भाई सुधारी जी, भाई महमू जी ते भाई भाना जी। बाबा बुढ़ा साहब ने 113 सालां विच उन्हां ने गुरबाणी दा युग देखिया। उन्हां ने तत्ती तवी ते बैठण वाला कुर्बानी दा युग वेखिया। याद रखियो, अज रौला पांदे आ शस्त्र क्यों आ, किरपाना क्यों जी, ये फलान क्यों। ओ सिख है जिन्हें रबाब वजदी वेखी, ये ओ सिख है जिन्हें तत्ती तवी ते गुरु नूं बैठण वा जांदियां देखिया। उसे बजुर्ग ने फिर 2 किरपाना पाइयां, कहंदा नहीं हुण तत्ती तवी तो बाद, इस कुर्बानी तो बाद शस्त्र चुकना जायज है। मैं फिर अर्ज करा, उन्होंने 6 पातशाहियां नूं गुरियाई दा तिलक दिता। गुरमुखो 8 पातशाहियां दे दीदार कीते। धन बाबा बुढ़ा साहब दा जन्म दिहाड़ा है। उन्हों ब्रह्म ज्ञानी कहो, संत कहो, वो आ गद्दी जिथे गुरु के ग्रंथी साहब। मैं चलो एक गल भुला ना, जिउंदे जी बंदे दी गल कर लेनी चाहिए जिहड़ा गुण होवे।
ਇਸੇ ਗੱਦੀ ਤੇ ਅਨੇਕਾਂ ਗੁਰਮੁਖ ਪਿਆਰੇ ਸੇਵਾ ਕਰਕੇ ਗਏ। ਅੱਜ ਜਦੋਂ ਬਜ਼ੁਰਗ ਗਿਆਨੀ ਮੋਹਨ ਸਿੰਘ ਜੀ ਆਉਂਦੇ ਆ ਨਾ ਜੀ, ਬਾਪੂ ਜੀ ਆ ਕੇ ਬੈਠਦੇ ਆ, ਮੈਂ ਕੋਈ ਇਤਰਾਜ਼ ਵੀ ਕਰੇ ਤੇ ਮੈਨੂੰ ਕੋਈ ਫਰਕ ਨਹੀਂ ਪੈਣਾ। ਸੱਚੀ ਮੁੱਚੀ ਬੰਦਾ ਦੋ ਢੇਲੇ ਛੱਡਣ ਨੂੰ ਤਿਆਰ ਨਹੀਂ ਹੁੰਦਾ। ਅਸੀਂ ਉਹਨਾਂ ਨੂੰ ਰੋਜ਼ ਦੇਖਦੇ ਹਾਂ, ਉਹਨਾਂ ਆਪਣਾ ਨੇਮ ਨਿਭਾਉਣਾ ਹੀ ਨਿਭਾਉਣਾ। ਬਿਰਧ ਨੇ ਤੇ ਜਿਸ ਘਰ ਵਿੱਚ ਰਹਿੰਦੇ ਨੇ ਉਹ ਘਰ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟ ਕਰ ਦਿੱਤਾ। ਇਹ ਇਸ ਕਰਕੇ ਗੁਣਾ ਲਈ ਕਿ ਮੈਂ ਆਪਣੇ ਮਨ ਨੂੰ ਸਮਝਾਉਣ ਲਈ ਤਾਂ ਕਿਹਾ ਕਿ ਦੇਖੋ ਇੰਨੀ ਉਮਰ ਸਭ ਕੁਝ ਪੇਪਰ ਉਹਨਾਂ ਕੋਲ, ਤੇ ਕਈ ਵਾਰੀ ਉਹ ਕਹਿੰਦੇ ਆ ਕਿ ਗੁਰੂ ਰਾਮਦਾਸ ਜਦੋਂ 84 'ਚ ਗੋਲੀਆਂ ਵੱਜੀਆਂ ਤੂੰ ਆਪ ਗੋਲੀ ਖਾ ਲਈ, ਮੈਂ ਬਚ ਗਿਆ, ਤੂੰ ਮੈਨੂੰ ਵੱਜਣ ਦਿੰਦਾ। ਇਸ ਕਰਕੇ ਵੀ ਐਵੇਂ ਨਾ ਕਈ ਜੀ ਸਿੱਖ ਕੋਈ ਨਹੀਂ ਹੁੰਦੇ। ਉਸ ਧੰਨ ਬਾਬਾ ਬੁੱਢਾ ਸਾਹਿਬ ਮਹਾਰਾਜ ਉਹਨਾਂ ਦਾ ਜਨਮ ਦਿਹਾੜਾ ਹੈ, ਤੇ ਮੈਂ ਅੱਜ ਥੋੜਾ ਜਿਹਾ ਟਾਈਮ ਮੈਨੂੰ ਭਾਈ ਸਾਹਿਬ ਨੇ ਅੱਜੀ ਹੁਣੀ ਦੱਸਿਆ ਸੀ। ਉਂਝ ਵੈਸੇ ਬਾਬਾ ਜੀ ਦੇ ਜੀਵਨ ਲਈ ਘੱਟੋ ਘੱਟ 10 ਦਿਨ ਚਾਹੀਦੇ ਆ ਕਥਾ ਸਿਰਫ ਬਾਬਾ ਜੀ ਦੀ। ਇਹ 113 ਸਾਲ ਥੋੜੇ ਆ ਕਿਤੇ, ਕਿੰਨਾ ਸਮਾਂ 113 ਸਾਲ। ਮਹਾਰਾਜ ਕਹਿੰਦੇ ਨੇ ਮੇਰੇ ਪੂਰੇ ਗੁਰੂ ਨੇ ਮਿਹਰ ਕੀਤੀ, ਸਾਡੇ ਅੰਦਰ ਦਾ ਹਨੇਰਾ ਚੁੱਕ ਦਿੱਤਾ ਹੈ। ਭਜ ਪ੍ਰੇਮ ਭਗਤ ਪ੍ਰਭ ਨੀਰਾ। ਫਿਰ ਉਸ ਪਰਮਾਤਮਾ ਨੂੰ ਜਪਣ ਦੇ ਲਈ ਰੁੱਖਾਪਨ ਨਹੀਂ ਦਿੱਤਾ, ਪੁੱਠਾ ਲਟਕ ਸਿੱਧਾ ਲਟਕ। ਕਹਿਣ ਲੱਗੇ ਤੂੰ ਪ੍ਰੇਮਾ ਭਗਤੀ ਕਰਿਆ ਕਰ, ਭਜ ਉਹਨੂੰ ਅੰਗ ਸਾ ਨੇਰੇ ਜਾਣ ਕੇ, ਅੰਗ ਸੰਗ ਜਾਣ ਕੇ ਪ੍ਰੇਮਾ ਭਗਤੀ ਕਰ ਰਹਾਓ। ਇਹ ਦੋ ਤੁਕਾਂ ਸਤਿਗੁਰਾਂ ਨੇ ਰਹਾਉ ਦੀਆਂ ਉਚਾਰਨ ਕੀਤੀਆਂ ਹਨ। ਹਰ ਹਰ ਨਾਮ ਨਿਧਾਨ ਰਸ ਪੀਆ। ਉਸ ਪਰਮਾਤਮਾ ਦਾ ਜਿਹੜਾ ਨਾਮ ਰਸ ਦਾ ਖਜ਼ਾਨਾ ਹੈ ਉਹਨੂੰ ਅਸੀਂ ਪੀਣਾ ਕੀਤਾ ਹੈ। ਮਨ ਤਨ ਰਹੇ ਅਗਾਈ। ਜਦੋਂ ਨਾਮ ਰਸ ਪੀਤਾ ਮਨ ਵੀ ਰੱਜ ਗਿਆ ਤੇ ਤਨ ਵੀ ਰੱਜ ਗਿਆ, ਦੋਨੋਂ ਤ੍ਰਿਪਤ ਹੋ ਗਏ, ਅੰਦਰ ਕੋਈ ਫੁਰਨਾ ਨਹੀਂ। ਜਾਤ ਕਤ ਪੂਰ ਰਹਿਓ ਪਰਮੇਸ਼ਰ। ਜਤ ਕਤ ਪੂਰ ਰਹੋ ਪਰਮੇਸ਼ਰ। ਜਿੱਥੇ ਕਿਥੇ ਵੀ ਉਹ ਪਾਰ ਬ੍ਰਹਮ ਪਰਮੇਸ਼ਵਰ ਆਪ ਹੀ ਸਮਾਇਆ ਹੋਇਆ ਹੈ, ਜਿਹਨੂੰ ਮਹਾਰਾਜ ਕਹਿੰਦੇ ਤੂੰ ਸਭਨੀ ਥਾਈ ਜਿੱਥੈ ਹੋ ਜਾਈ, ਸਾਚਾ ਸਿਰਜਣ ਹਾਰ ਜੀਓ। ਮਹਾਰਾਜ ਜੀ ਨੂੰ ਕਹਿੰਦੇ ਆ ਹਬ ਸਮਾਣੀ ਜੋਤ, ਜੋ ਜਲ ਘਟਾਊ ਚੰਦਰਮਾ। ਜਿਵੇਂ ਚੰਦਰਮਾ ਅਸਮਾਨ ਤੇ ਇੱਕ ਹੈ ਤੇ ਥੱਲੇ ਅਣਗਿਣਤ ਪਾਣੀ ਦੇ ਘੜੇ ਭਰ ਕੇ ਰੱਖ ਦਿਓ, ਤੇ ਰਾਤ ਨੂੰ ਦੇਖੋ ਹਰ ਪਾਣੀ ਦੇ ਘੜੇ ਵਿੱਚੋਂ ਚੰਦਰਮਾ ਉੱਥੇ ਪਰਿਪੂਰਨ ਨਜ਼ਰ ਆਏਗਾ। ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਸਾਰੀਆਂ ਥਾਵਾਂ ਤੇ ਵਿਆਪਕ ਹੈ। ਕਤ ਆਵੇ ਕਤ ਜਾਈ। ਕਤ ਆਵੇ ਕਤ ਜਾਈ। ਮਹਾਰਾਜ ਸਵਾਲ ਕਰਦੇ ਆ ਕਿੱਥੇ ਜਾਣਾ ਜੀ ਉਹਨੇ, ਕਿੱਥੇ ਆਉਣਾ, ਕਿੱਥੇ ਜਾਣਾ। ਇਹਦਾ ਮਤਲਬ ਹੈ ਕਿ ਨਾ ਉਹ ਜੰਮਦਾ ਹੈ ਤੇ ਨਾ ਉਹ ਮਰਦਾ ਹੈ। ਸੱਚ ਇਹ ਵੇ ਉਹ ਨਾ ਆਉਂਦਾ ਹੈ ਨਾ ਜਾਂਦਾ, ਜੰਮਦਾ ਮਰਦਾ ਨਹੀਂ, ਉਹ ਹਰ ਥਾਂ ਤੇ ਹੀ ਸਰਬ ਵਿਆਪਕ ਹੈ। ਜਪ ਤਪ ਸੰਜਮ ਗਿਆਨ ਤਤ ਬੇਤਾ। ਹਾਂ ਆਹ ਗੱਲਾਂ ਸੁਣਿਓ, ਜਪ ਤਪ ਸੰਜਮ, ਅੱਗੇ ਮਹਾਰਾਜ ਕਹਿੰਦੇ ਗਿਆਨ ਤਤ ਬੇਤਾ। ਜਪ ਤਪ ਸੰਜਮ, ਇੰਦਰੀਆਂ ਦਾ ਸੰਜਮ ਰੱਖਣਾ, ਤੇ ਗਿਆਨ ਦਾ ਤਤ ਬੇਤਾ, ਮਿੱਥ ਨਹੀਂ, ਜਿਹੜਾ ਤਤ ਗਿਆਨ ਨੂੰ ਜਾਣਦਾ ਹੋਵੇ। ਜਿਸ ਮਨ ਵਸੈ ਗੋਪਾਲਾ। ਜਿਸ ਬੰਦੇ ਦੇ ਮਨ ਵਿੱਚ ਪਰਮਾਤਮਾ ਵਸ ਗਿਆ, ਉਹ ਜਤੀ ਵੀ ਹੈ, ਉਹ ਤਪੀ ਵੀ ਹੈ, ਉਹ ਸੰਜਮੀ ਵੀ ਹੈ, ਤੇ ਸੱਚ ਹੈ ਉਹ ਤਤ ਗਿਆਨ ਦਾ ਵਕਤਾ ਹੈ ਜਿਸ ਦੇ ਅੰਦਰ ਗੋਪਾਲ ਵਸ ਗਿਆ ਹੈ। ਇਹਦਾ ਮਤਲਬ ਜਿਸ ਅੰਦਰ ਤਤ ਗਿਆਨ ਆ ਗਿਆ, ਸਭ ਕੁਝ ਉਹਦੇ ਅੰਦਰ ਆ ਗਿਆ। ਜਿਹਨੂੰ ਆਪ ਜੀ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹੋ, ਵੈਸੇ ਉਸ ਪਦੇ ਵਿੱਚ 22 ਸਪਿਰਚੁਅਲ ਗੁਣ ਨੇ, 22 ਰੂਹਾਨੀ ਗੁਣ ਨੇ। ਮੈਂ ਕਈ ਵਾਰੀ ਅਰਜ਼ ਕਰਨਾ, ਪਰ ਉਹ ਪਤਾ ਕਿੰਨਾਂ ਨੂੰ ਮਿਲਦੇ ਨੇ। ਆ ਜਿਹੜਾ ਕਿਹਾ ਵੀ ਤਤ ਬੇਤੇ, ਉਹ ਪਦਾ ਹੈ ਖੇਮ ਸ਼ਾਂਤ ਰਿੱਧ ਨਵਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ। ਇਹ ਕਿਹਦੇ ਕੋਲ? ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਪਿਆਰਿਓ, ਸਾਰੇ ਰੂਹਾਨੀ ਗੁਣ ਉਸ ਵਿੱਚ ਪ੍ਰਵੇਸ਼ ਕਰ ਜਾਂਦੇ ਆ ਜਿਸ ਦੇ ਮਨ ਵਿੱਚ ਗੋਪਾਲ ਵਸਦਾ ਹੈ। ਨਾਮ ਰਤਨ ਜਿਨ ਗੁਰਮੁਖ ਪਾਇਆ। ਜਿਨ੍ਹਾਂ ਨੇ ਗੁਰੂ ਦੇ ਸਨਮੁਖ ਰਹਿ ਕੇ ਨਾਮ ਰਤਨ ਪਾ ਲਿਆ।
बड़ा कीमती रतन जी। खट मजाऊं मैं मानक लद्दा, मुल ना किदा मैकू सतगुर दिता। आ लैंदी जी पंजाबी। महाराज कहते खट मजाऊं मैं मानक लद्दा, मुल ना किदा मैकू सतगुर दिता। ये नाम रतन सतगुरां ने बख्शिश कीता है ताकि पूरन काला। उसकी काल पूरी हो गई जी, आना सफल हो गया जिन्हों सतगुरु ने त्रुट के नाम बख्शिया है। कल कलेस मिटे दुख सगले। संसार विच रहिंदियां ओदे सारे कलेश मुट गए, जिन्ने दुख सन वो सारे नाम ने मिटा दिते ਹਨ। काटी जम की फासा। ते पार ब्रह्म परमेश्वर ने जिते दुख कट्टे कलेश कट्टे, गुरमुखो जमा दी फाई ओने कतर क्यों मारी। कहन लगे अज तो बाद तेरे गल च जमा दी फांसी नहीं पैनी। किड्डी वड्डी वेखो इनू वड्डा इदू सरल कोई धर्म होवेगा भी तुसी नाम जपो सेवा करो, सब कुछ बरकतां इहदे विच आउंदियां हन। कहो नानक प्रभ किरपा तारी। सतगुरु गुरु अर्जुन दे महाराज कहंदे ने उस पार ब्रह्म परमेश्वर ने किरपा कीती है, क्योंकि बाणी सारी किरपा दे। बाबा जी दा तो जिक्र कर रहे सां ते जदों बाबा जी ने चलाना कीता ना जी, ते रमदास गए, गुरु हरगोबिंद साहब श्री हरगोबिंदपुरे तो गए महाराज, ते अंदर बैठे। मैं कहना लोग कहते ना मौत दा भै, मौत ते फतेह। जे किसी मौत ते फतेह पान दा जीवन वेखना ते बाबा बुढ़ा साहब नूं देखो। पता है भी सवेरे अमृत वेले चले जाना, कल नूं इन्हां ते कोई सिर पीड़ नहीं, कोई बीमारी नहीं, शुगर मुगर कुछ भी नहीं सी, बिल्कुल तंदुरुस्त ने, बिरध हो गए ने। अखां दे नेत्रां दे उपर परवट्टे आ चुके, चिट्टे लंबे केस ने। महाराज जी दे कोल बैठे ते अक्सर बाबा बुढ़ा साहब जदों आउंदे सन गुरदेव अपने नाल बिठांदे हुंदे सन, क्योंकि अजकल असीं थोड़ी कट्टर जाजी सिख सिख गुरु। वो गुरमुखो जदों सिख गुरु विच अभेद हो जाए फिर फर्क कोई नहीं रहिंदा। अंतला समा आया, चलो मैं सिर्फ बेनती करां ला, इशनान आप कीता, कपड़े आप पाए ते सिख कहंदे ने भाई गुरदास साहब, भाई विधि चंद जी, जिन्ने सिख होर सन, बाबा जी 113 साल किवें कमाई? कहंदे ने कुछ नहीं कमाया। सुनो गुरु हरगोबिंद साहब कहंदे बाबा जी कोई तां दसो, गुरसिख पुछदे ने। कहन लगे तुहाडे चरनां च ते सब कुछ मिलिया। अरदास बाबा जी ने कीती, याद रखियो आपनूं पता है चौहाल ते मैं एक दिन कहा सी साडे वर्गा कोई अरदास करदा किसी घर न्याणा हो जाए उहदे मरण तक न्याणे नूं कैश करी जाने, ये साडी अरदास नाल होया। इन्नी निमरता कहन लगे तुहाडे चरनां चों, कहन लगे जप करो, तप करो, संयम रखो। जप करो नाम दा, तप करो, सेवा दा, संयम रखो, इंद्रियां दा, सब कुछ करके भी आस रखो गुरु दी मेहर दी। जे एक किरपा करेगा तो फलीभूत होएगा। किरपा दी काल कालो। उस धन बाबा बुढ़ा साहब जी ने कहा, महाराज जी कहते हैं उस प्रभु ने आप किरपा कीती है। मन तन भए बिगासा। मन ते तन पूर्ण तौर ते खेड़े विच विगास विच आ गए। ये है अज दे शब्द दी विचार और बाबा जी दे जीवन विचों आपना कुछ विचार हुई ने। साध संगत जी बख्श देना, करो किरपा। आप जी इस अमृत बचन दियां आखिरी तुकां सरवण करो जी। कल कलेस मिटे दुख सगले, काटी जम की फासा। कहो नानक प्रभ किरपा तारी, मान तन पाए बिगासा। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। शेरे पंजाब गुरबाणी YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।